परम सत्कारयोग साध संगत सवेरा फिर सब गज के हो धन श्री सतगुरु राम सिंह धन ध्यान सिंह उन्होंने लिखा है, राम कहे चित थित होए, सिंह कहे पै हान। राम आख्या चित्त की बिरती एकाग्र होंदी है, तो सिंह आख्या जिहड़े कलयुग के प्रभाव ने वो उन्होंने जिहड़े डर ने वो खत्म होंदे ने। राम कहे चित थित होए, सिंह कहे पै हान। ताते मित नित मंत जप सतगुरु राम सिंह भगवान। आपने सतगुरु प्रताप सिंह सच्चे पातशाह का पवित्र उपदेश श्रवण किया, रागी सिंघां तो शब्द सुनिया। वो शब्द अज मैं जे नहीं भुलदा तो बसंत हिंडोल का शब्द है। मूल न बूझै आप न सूझै भरम व्यापी अहंग। ये बाणी में लिखा कि अपना मुੱਢ मूल भुल गया आदमी। यही चीज़ सतगुरु राम सिंह सच्चे पातशाह ने सिखां नूं दृढ़ कराई, उस तो जाणू कराया। मन तू जोत स्वरूप है अपना मूल पछाण। एक दर्जी ਸਿੰਘਾਂ ਦੇ ਪਰਿਵਾਰ ਵਿੱਚੋਂ ਸੰਤ ਸਨ। ਉਹ ਪੈਦਲ ਤੁਰੇ ਜਾ ਰਹੇ ਸਨ ਤੇ ਇੱਕ ਦਰਖਤ ਦੇ ਕੋਲ ਆਏ ਨਾ ਜਿਸ ਵੇਲੇ, ਤੇ ਉਹਦੇ ਦੁਆਲੇ ਪਰਿਕਰਮਾ ਕਰਕੇ ਕਿੰਨੀਆਂ ਪਰਿਕਰਮਾ ਕਰਕੇ ਉਹਨਾਂ ਨੇ ਮੱਥਾ ਟੇਕਿਆ। ਤੇ ਨਾਲਦਿਆਂ ਨੇ ਪੁੱਛਿਆ ਵੀ ਇਹ ਕਾਹਦੇ ਵਾਸਤੇ ਮੱਥਾ ਟੇਕਿਆ? ਉਹਨਾਂ ਨੇ ਆਖਿਆ ਪਿਛਲੇ ਜਨਮ ਜਹਾਂ ਇੱਥੇ ਤਪ ਕੀਤਾ। ਫਿਰ ਉਹਨਾਂ ਨੇ ਉਹ ਥੱਲਿਓਂ ਪੁੱਟ ਕੇ ਉਹਦੀ ਸੁਆਹ ਵਿਖਾਈ ਕਿਸੇ ਹਵਨ ਕੀਤਾ। ਸਤਿਗੁਰਾਂ ਨੇ ਜਨਮਾਂ ਜਨਮਾਂਤਰਾਂ ਦੀ ਜਿਹੜੀ ਚੀਜ਼ ਸੀ ਉਹ ਸਾਹਮਣੇ ਸਿੱਖਾਂ ਦੇ ਉਹਨਾਂ ਨੇ ਮਨ ਦੇ ਵਿੱਚ ਸ਼ੀਸ਼ਾ ਸਾਫ਼ ਕਰਕੇ ਉਹ ਸਕਰੀਨ 'ਤੇ ਲਿਆ ਦਿੱਤੀ। ਸਤਿਗੁਰਾਂ ਦੀ ਗੱਲ ਤਾਂ ਬਹੁਤ ਵੱਡੀ ਹੈ। ਸੰਤ ਕੇਸਰ ਸਿੰਘ ਜੀ ਮਹਾਵੇ ਵਾਲੇ, ਉਹਨਾਂ ਨੂੰ ਠਾਕਰ ਕਰਕੇ ਵੀ ਆਖਿਆ ਜਾਂਦਾ ਸੀ। ਬਹੁਤ ਸਿੱਧ ਪੁਰਸ਼ ਸਨ, ਜਿਹੜੀ ਗੱਲ ਮੂੰਹੋਂ ਕੱਢਦੇ ਸਾਨੂੰ ਪੂਰੀ ਹੁੰਦੀ ਸੀ। ਪੁਰਾਣੇ ਸਿੱਖਾਂ ਨੂੰ ਪਤਾ ਹੈ ਸੰਤ ਨਿਧਾਨ ਸਿੰਘ ਆਲਮ ਜਿਹੜੇ ਸਨ, ਉਹਨਾਂ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ, ਉਹ ਸਿੰਘ ਸਭਾ ਦੇ ਵਿਚਾਰਾਂ ਦੇ ਸਨ, ਫੌਜ ਵਿੱਚ ਭਰਤੀ ਸਨ। ਠਾਕਰ ਮਾਵੇ ਵਾਲੇ ਚੁਗਾਵੇਂ ਆਏ, ਨਾਲ ਉਹਨਾਂ ਦੇ ਇੱਕ ਮਹੰਤ ਬਿਸ਼ਨ ਸਿੰਘ ਸੀ। ਉੱਥੇ ਜਿਹੜੇ ਬੈਠੇ ਤੇ ਆਲਮ ਜੀ, ਉੱਥੇ ਆਲਮ ਜੀ ਦੀ ਮਾਤਾ ਜਿਹੜੀ ਸੀ ਨਾ, ਉਹ ਬੜੀ ਭਗਤਨੀ ਸੀ ਠਾਕਰ ਜੀ ਦੀ। ਤੇ ਉਹਨਾਂ ਨੇ ਆਲਮ ਜੀ ਦੀ ਮਾਤਾ ਨੇ ਆਖਿਆ ਵੀ ਤੂੰ ਜਾ ਕੇ ਠਾਕਰਾਂ ਨੂੰ ਅਰਜ਼ ਕਰ ਘਰ ਆਉਣ। ਉਹਦਾ ਛੱਡ ਪਰਾਂ ਉਹ ਖੁੱਲੀਆਂ ਜਿਹੀਆਂ ਬਾਵਰੀਆਂ ਨੇ ਉਹਦੀਆਂ, ਕਮਲਾ ਜਿਹਾ ਆਦਮੀ ਸੂਨ ਵਸਤਰਾਂ ਦੀ। ਉਹਨੇ ਤੱਕ ਤਕਾ ਕੇ ਘਰ ਦਿੱਤਾ। ਸਾਧ ਸੰਗਤ ਜਿਸ ਵੇਲੇ ਆਲਮ ਜੀ ਉੱਥੇ ਗਏ ਤੇ ਠਾਕਰਾਂ ਨੇ ਸਿਰਫ ਇੰਨੀ ਗੱਲ ਹੀ ਆਖੀ ਹੈ, ਆ ਗਿਆ ਪੁੱਤ। ਤੇ ਉਹ ਦੜ ਕਰਦੇ ਜ਼ਮੀਨ 'ਤੇ ਡਿੱਗ ਪਏ। ਜ਼ਮੀਨ 'ਤੇ ਡਿੱਗਦੇ ਹੀ ਆਖਣ ਲੱਗੇ ਪਿਛਲੇ ਜਨਮ ਦਾ ਫਲਾਣਾ ਸਾਹਿਬ ਨੂੰ, ਪਿਛਲੇ ਜਨਮ ਇਹ ਸਾਹਿਬ ਨੂੰ। ਇਸ ਤਰ੍ਹਾਂ ਦੀਆਂ ਗੱਲਾਂ ਕਰੀ ਜਾਣ ਬੇਹੋਸ਼ੀ 'ਚ। ਠਾਕਰਾਂ ਨੇ ਉਹਨੂੰ ਮਹੰਤ ਬਿਸ਼ਨ ਸਿੰਘ ਨੂੰ ਆਖਿਆ, ਜਾ ਇਹਦੇ ਕੰਨ 'ਚ ਭਜਨ ਦੇ ਦੇ। ਉਹਦੇ ਕੰਨ 'ਚ ਭਜਨ ਦੇ ਦਿੱਤਾ। ਜਿਸ ਵੇਲੇ ਉਹਨੂੰ ਹੋਸ਼ ਆਈ, ਪਹਿਲਾਂ ਜਾਂਦੇ ਹੀ ਜਿਸ ਵੇਲੇ ਉਹ ਠਾਕਰਾਂ ਨੂੰ ਮੱਥਾ ਨਹੀਂ ਟੇਕਿਆ, ਕੁਛ ਸਿੱਖਾਂ ਦੇ ਵਿਚਾਰ ਇਸ ਤਰ੍ਹਾਂ ਦੇ ਨੇ ਵੀ ਉਹ ਇਸ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜ੍ਹਾ ਜਿਹਾ ਪਛਾਣ ਨੂੰ ਕਰਕੇ ਗਾਂ ਮੱਥਾ ਨਹੀਂ ਝੁਕਾਉਂਦੇ। ਜਿਸ ਦੇ ਸਤਿਗੁਰਾਂ ਨੇ ਲਿਖਿਆ, ਜੋ ਜੀ ਸਾਹਿਬ ਗੁਰ ਸਿੱਖੜਾ ਤੁਸੀਂ ਨਿਵ ਨਿਵ ਲਾਗੋ ਪਾਏ ਜੀਓ। ਅੱਜ ਹੱਥ ਮਿਲਾਉਣ ਦਾ ਜਾਂ ਵੱਧ ਤੋਂ ਵੱਧ ਨਾ ਗੋਡਿਆਂ ਤੱਕ ਮਸਾਂ ਹੀ ਪਹੁੰਚ ਜਾਣੇ। ਜੇ ਗੋਡਿਆਂ ਨੂੰ ਥੋੜ੍ਹੇ ਜਿਹੇ ਥਾਂ ਚਲੇ ਜਾਣ ਤੇ ਸਕੜੰਜਾਂ ਤੱਕ, ਪਿੰਨੀਆਂ ਤੱਕ ਪਹੁੰਚਦੇ ਨੇ। ਗਿੱਟਿਆਂ ਤੋਂ ਥਾਂ ਚਰਨਾਂ ਤੱਕ ਨਹੀਂ ਪਹੁੰਚਦੇ। ਆਮ ਤੁਸੀਂ ਦੇਖੋ ਰਿਵਾਜ। ਤੋ ਜਿਸ ਵੇਲੇ ਉਹਨਾਂ ਨੂੰ ਹੋਸ਼ ਆਈ ਤੇ ਉਹਨਾਂ ਨੇ ਆਖਿਆ ਭਈ ਮੈਨੂੰ ਬੇਹੋਸ਼ੀ ਵਿੱਚ ਭਜਨ ਦੱਸ ਦਿੱਤਾ। ਜੀ ਮੈਨੂੰ ਹੋਸ਼ ਹੁੰਦੀ ਮੈਂ ਭਜਨ ਨਹੀਂ ਸੀ ਲੈਣਾ, ਉਹ ਕੰਮ ਹੋ ਗਿਆ ਸੀ। ਠਾਕਰਾਂ ਨੇ ਆਖਿਆ ਪੁੱਤ ਤੇਰੇ ਸਿਰ 'ਤੇ ਛਤਰ ਝੁੱਲਣਾ। ਉਹਨਾਂ ਨੇ ਇੱਕ
फौज का कोई काम सी डिक्के का, वो भी ठाकरा ने सीधा कर दिता। और बहुत सारे वचन हैं, मैं सिर्फ तुहानूं इन्ने ही दस के खत्म करांगा। एक समा ऐसा आया अमृतसर में कांग्रेस का एक इजलास होया, ਉਹਦੇ ਵਿੱਚ जिस प्रधान ने आना सी वो नहीं आ सकिया। ਤੇ आलम जी ਨੂੰ ਉਹਨਾਂ ਨੇ ਬਿਠਾ ਕੇ ਨਾ ਰੱਥ ਦੇ ਉੱਤੇ ਜਾਂ ਜਿਸ ਚੀਜ਼ ਦੇ ਉੱਤੇ ਜਿਹੜੇ ਵਾਹਨ 'ਤੇ ਬਿਠਾਇਆ, ਤੇ ਆਲਮ ਜੀ ਦੇ ਸਿਰ 'ਤੇ ਛਤਰ ਜਿਹੜੇ ਝੁੱਲਿਆ ਨਾ, ਆਲਮ ਜੀ ਵਿਰਾਗੀ ਹੋ ਗਏ ਨਾ। ਉਹਨਾਂ ਨੂੰ ਯਾਦ ਆ ਗਿਆ ਵੀ ਠਾਕਰਾ ਨੇ ਇਸ ਵੇਲੇ ਗੱਲ ਆਖੀ ਤੇਰੇ ਸਿਰ 'ਤੇ ਚੱਲਣ ਚੱਲਣਾ। ਉਹ ਠਾਕਰ ਇਸ ਤਰ੍ਹਾਂ ਦੇ ਸਨ, ਅਨੁਸਾਰ ਬੱਚਾ ਇੱਕ ਪੈਰ ਮੇਰਾ ਇਸ ਦੁਨੀਆ 'ਤੇ ਇੱਕ ਦਰਗਾਹ 'ਚ। ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੂੰ ਕੁਝ ਸਮਾਂ ਉਹਨਾਂ ਨੇ ਮੱਥਾ ਨਹੀਂ ਟੇਕਿਆ। ਉਮਰੋਂ ਵੱਡੇ ਸਨ, 50 ਸਾਧ ਉਹਨਾਂ ਨਾਲ ਹਰ ਵੇਲੇ ਰਹਿੰਦੇ ਸਨ। ਬੜੇ ਭਜਨਬੰਦਗੀ ਵਾਲੇ ਪ੍ਰਤਾਪੀ ਸਾਧੂ ਸਨ। ਅਤੇ ਸੱਚੇ ਪਾਤਸ਼ਾਹ ਨੂੰ ਆ ਕੇ ਪਿਆਰ ਦੇਣਾ। ਇੱਕ ਦਿਨ ਜਿਉਂ ਲੱਗੇ ਨਾ ਮੱਥਾ ਟੇਕਣ, ਹਟਣ ਹੀ ਨਾ, ਮੱਥਾ ਟੇਕੀ ਜਾਣ, ਚਲੇ ਜਾਣ, ਫਿਰ ਮੱਥਾ ਟੇਕਣ। ਉਹਨਾਂ ਨੂੰ ਪੁੱਛਿਆ ਵੀ ਤੁਸੀਂ ਅੱਜ ਇੰਨੇ ਮੱਥੇ ਕਿਉਂ ਟੇਕੇ? ਅੱਗੇ ਟੇਕਦੇ ਸੀ। ਉਹਨਾਂ ਕਿਹਾ ਪੁੱਤ ਮੈਂ ਦਰਗਾਹ ਵਿੱਚ ਗਿਆ ਸਾਂ, ਉੱਥੇ ਇਹ ਸਤਿਗੁਰੂ ਤੋਂ ਬਿਨਾਂ ਅੱਗੇ ਬੂਹਾ ਨਹੀਂ ਖੁੱਲ੍ਹਦਾ। ਇਹ ਸਤਿਗੁਰੂ ਇੱਥੇ ਹੈ, ਇਹੋ ਹੀ ਸਤਿਗੁਰੂ ਉੱਥੇ ਹੈ। ਜਿੰਨਾ ਚਿਰ ਉਹ ਮੈਂ ਜਿਹੜੇ ਮੱਥੇ ਨਹੀਂ ਟੇਕੇ, ਮੈਂ ਉਹ ਸਾਰੇ ਟੇਕ ਕੇ ਇੱਥੇ ਮੁਕਾ ਕੇ ਜਾਣੇ ਨੇ, ਮੈਨੂੰ ਮੁੜ ਕੇ ਜਨਮ ਨਾ ਧਾਰਨਾ ਪਏ। ਇਹ ਗੱਲਾਂ ਉਹ ਬੰਦੇ ਸੋਚ ਕਰ ਸਕਦੇ ਨੇ ਜਿਹੜੇ ਉਸ ਦੁਨੀਆ ਤੱਕ ਪਹੁੰਚਦੇ ਨੇ। ਜਿਹੜੇ ਅਸੀਂ ਸੰਸਾਰੀ ਲੋਕ ਹਾਂ, ਜਾਂ ਥੋੜ੍ਹਾ ਜਿਹਾ ਅਸੀਂ ਉਸ ਸਮੁੰਦਰ ਦੇ ਕੰਢੇ ਕੰਢੇ ਜਾਂਦੇ ਹਾਂ, ਉੱਥੇ ਸਾਡੀ ਇਹ ਹਾਲਤ ਹੋ ਜਾਂਦੀ ਹੈ ਬਈ ਅਸੀਂ ਕਿਸੇ ਨਾ ਕਿਸੇ ਆਪਣੇ ਵਿਅਸਨ ਦੇ ਸਕੰਜੇ ਵਿੱਚ ਆ ਜਾਂਦੇ ਹਾਂ, ਫੜੇ ਜਾਂਦੇ ਹਾਂ। ਪਰ ਜੇ ਉੱਥੇ ਚਲੇ ਜਾਈਏ ਤਾਂ ਉੱਥੇ ਫਿਰ ਉਹ ਕੋਈ ਚੀਜ਼ ਦੂਸਰੀ ਬਾਹਰੋਂ ਨਹੀਂ ਆ ਸਕਦੀ। ਕਬੀਰ ਜੀ ਨੇ ਲਿਖਿਆ, ਕਬੀਰ ਥੋੜ੍ਹਾ ਜਲ ਮਛਲੀ ਚੀਵਰ ਵੇਲਿਓ ਜਾਲ, ਇਹ ਟੋਂਗ ਨਾ ਨਾ ਛੂਟ ਸਹਿ ਫਿਰ ਕਰ ਸਮੁੰਦਰ ਸੰਭਾਲ। ਉਸ ਮੱਛੀ ਨੂੰ ਆਖਿਆ ਤੂੰ ਸਮੁੰਦਰ ਵਿੱਚ ਚਲੀ ਜਾ, ਇਸ ਟੋਂਗ ਨੇ ਤੈਨੂੰ ਕਿਸੇ ਨੇ ਫੜ ਕੇ ਲੈ ਜਾਣਾ। ਉਹ ਜਿਹੜੇ ਵੱਡੇ ਸਮੁੰਦਰਾਂ ਵਿੱਚ ਚਲੇ ਜਾਂਦੇ ਨੇ, ਉਹਨਾਂ ਨੂੰ ਫਿਰ ਕਿਸੇ ਗੱਲ ਦੀ ਪਰਵਾਹ ਨਹੀਂ ਰਹਿੰਦੀ। ਬਾਣੀ ਵਿੱਚ ਗੁਰੂ ਨੂੰ ਸਮੁੰਦਰ ਲਿਖਿਆ, ਗੁਰੂ ਸਮੁੰਦਰ ਨਦੀ ਸਭ ਸਿੱਖੀ ਨੱਥਾ ਜਿਤ ਵਡਿਆਈ। ਨਦੀਆਂ ਬਹੁਤ ਨੇ, ਪਰ ਨਦੀਆਂ ਪੈਂਦੀਆਂ ਸਮੁੰਦਰ ਵਿੱਚ ਜਾ ਕੇ ਨੇ। ਪਰ ਸਮੁੰਦਰ ਵਿੱਚ ਜਾ ਕੇ ਨਦੀਆਂ ਪੈ ਕੇ ਇਹ ਸੋਚਣ ਲੱਗ ਪੈਣ ਕਿ ਸਾਡੇ ਨਾਲ ਸਮੁੰਦਰ ਭਰਿਆ ਜਾਂਦਾ, ਤਾਂ ਇਹ ਗੱਲ ਬਿਲਕੁਲ ਗਲਤ। ਇਹ ਹੋ ਸਕਦਾ ਸਮੁੰਦਰ ਵਿੱਚ ਉਛਾਲਾ ਆਵੇ ਅਤੇ ਪਾਣੀ ਨਦੀਆਂ ਵਿੱਚ ਵਾਪਸ ਮੁੜ ਜਾਵੇ, ਪਰ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ। ਨਦੀਆਂ 4 ਦਿਨ ਸੁੱਕ ਵੀ ਜਾਣ ਤਾਂ ਵੀ ਉੱਥੇ ਕੋਈ ਫਰਕ ਨਹੀਂ ਪੈਂਦਾ। ਅਸੀਂ ਜਿਸ ਕੰਮ ਲਈ ਇਕੱਠੇ ਹੁੰਦੇ ਹਾਂ, ਗੁਰਦੁਆਰਿਆਂ ਵਿੱਚ, ਮੰਦਰਾਂ ਮਸੀਤਾਂ ਵਿੱਚ ਜਾਂਦੇ ਹਾਂ, ਇਸ ਵਾਸਤੇ ਜਾਂਦੇ ਹਾਂ ਕਿ ਸਾਡੇ ਮਨ ਨੂੰ ਸ਼ਾਂਤੀ ਹੋਵੇ। ਜੇ ਸਾਨੂੰ ਮਸੀਤ ਵੇਖ ਕੇ ਅੱਗ ਲੱਗ ਜਾਏ, ਮੁਸਲਮਾਨਾਂ ਨੂੰ ਗੁਰਦੁਆਰਾ ਵੇਖ ਕੇ, ਮੰਦਰ ਵੇਖ ਕੇ ਤਕਲੀਫ ਆ ਜਾਵੇ, ਫਿਰ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ। ਮੰਦਰ ਮਸੀਤ ਗੁਰਦੁਆਰੇ ਵਿੱਚ ਬੈਠ ਕੇ ਇੱਕ ਦੂਜੇ ਦੇ ਖਿਲਾਫ ਸੋਚੀ ਜਾਈਏ ਅਸੀਂ, ਅਤੇ ਇਸੇ ਗੱਲ ਤੋਂ ਲੜੀ ਜਾਈਏ। ਇੱਕ ਜਣਾ ਆਖੇ ਹਦਵਾਣਾ, ਦੂਜਾ ਆਖੇ ਤਰਬੂਜ ਹੈ, ਤੀਜਾ ਆਖੇ ਨਹੀਂ ਵਾਟਰਮੈਲਨ ਹੈ। ਇਸ ਗੱਲ ਤੋਂ ਲੜਾਈ ਕਰਕੇ ਡੰਡੇ ਫੜ ਲਈਏ। ਧਰਮ ਇਹ ਕਦੇ ਵੀ ਆਗਿਆ ਨਹੀਂ ਦਿੰਦਾ। ਸਤਿਗੁਰਾਂ ਦਾ ਦਿਨ ਮਨਾਉਂਦੇ ਹਾਂ। ਸਤਿਗੁਰਾਂ ਨੇ ਜਿਹੜੇ ਪਰਉਪਕਾਰ ਪੰਜਾਬ 'ਤੇ, ਭਾਰਤ ਵਰਸ਼ 'ਤੇ, ਬਲਕਿ ਦੁਨੀਆ 'ਤੇ ਕੀਤਾ ਹੈ, ਜਿਸ ਹਥਿਆਰ ਨੂੰ ਲੈ ਕੇ ਸਤਿਗੁਰੂ ਰਾਮ ਸਿੰਘ ਨੇ ਆਜ਼ਾਦੀ ਦਾ ਰਾਹ ਫੜਿਆ, ਮਹਾਤਮਾ ਗਾਂਧੀ ਨੇ 50-60 ਸਾਲ ਬਾਅਦ ਉਸੇ ਅਹਿੰਸਾ ਨੂੰ ਲੈ ਕੇ ਅਸਹਿਯੋਗ ਅੰਦੋਲਨ ਸ਼ੁਰੂ ਕੀਤਾ। ਜਦੋਂ ਹਿੰਦੁਸਤਾਨ ਆਜ਼ਾਦ ਹੋਇਆ, ਦੂਜੇ ਲੋਕਾਂ ਨੇ, ਅਫਰੀਕਨ ਕੰਟਰੀ ਦੇ ਹੋਰ ਕਈਆਂ ਨੇ ਇਸੇ ਹਥਿਆਰ ਨਾਲ ਆਪਣੀ ਆਜ਼ਾਦੀ ਲਈ, ਬਗੈਰ ਕਿਸੇ ਖੂਨ ਖਰਾਬੇ ਤੋਂ। ਇਹ ਸਤਿਗੁਰੂ ਰਾਮ ਸਿੰਘ ਦੀ ਦੇਣ, ਉਹਨਾਂ ਦਾ ਪਰਉਪਕਾਰ ਹੈ। ਮਾਈਆਂ 'ਤੇ ਤਾਂ ਸੁਣਿਆ ਹੀ ਹੈ ਕਿ ਜੰਮਦੀਆਂ ਬੱਚੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਕਿ ਸਾਡਾ ਵੀ ਕੋਈ ਜਵਾਈ ਬਣੇ। ਇੰਨੀ ਅਗਿਆਨਤਾ। ਆਪ ਜਿਸ ਔਰਤ ਦਾ ਪੁੱਤਰ ਹੈ ਉਹ ਜਨਾਨੀ ਨਹੀਂ, ਉਹਦੀ ਮਾਂ ਜਿਹੜੀ ਹੈ
लेकिन ये बिल्कुल अज्ञानता में पै के इस तरह करना शुरू किया। खिड़कियां मारनों बंद कराया सतगुरु राम सिंह ने, तो विधवा ब्याह खोले, तो लड़की नूं छोटी उम्रे ब्याह करन तो बंद करके वड्डी उम्र 'च उहदा ब्याह कराउण वास्ते आख्या। 3 माइयां नूं कशहरे पवा के चौथा परोपकार किया, बराबर लिया। अपने कायदे दे विच रह के ये सारी गल की गई। माइयां नूं कशहरे पवाए तो अमृत छकाया। हुणे तुहानूं जसविंदर सिंह होरां ने दस्सिया ਸੀ ਤੁਸੀਂ हजूर साहब चले जाओ, उत्थे कृपान का अमृत छकाउंदे ने, खंडे का अमृत माइयां नहीं छकाउंदे। जे चंगी तरह विचार के वेख्या जाए तो खंडे का अमृत भी सतगुरु राम सिंह ने दिता, पहलों नहीं सी। जे इतिहास में चंगी तरह खोलिया जाए, मैनूं पता नहीं, चक्रवर्ती जी ने एक खंडे के अमृत के दाते एक पैंफलेट लिखिया ही, जे किसी को होवे तो दोबारा और रीप्रिंट कराया जाए, छपाया जाए, ताकि लोगों को पता लगे भी असलीयत की हैगी है। ये इस तरह होंदा ही रहिंदा जदों किसी आदमी को धन पदार्थ होवे तो उन्होंने बहुत लोग चंगी निगाह नहीं वेखते, माड़ी निगाह नाल वेखते। सतगुरु राम सिंह ने अपने हुक्मनामे भी लिखिया, ज्ञानी ध्यानी गुणी तनाड़, नाम जपत घर घर में आड़। ये जिन्नी ये श्रेणी है ना, ज्ञानी ध्यानी गुणी तनाड़ जिहड़े ने नाम जपण वाले नाल आडा करोगे। सतगुरां ने फिर ये भी लिखा, पुज के कीता फिर ताई। ये भी सतगुरां दी रजा है भी वो उन्हां को आडा कराउंदे ने ते फिर जित कराउंदे ने नाम जपण वाले ने। पता लगता है कि उत्थे जिस तरह मुर्गियां दे ते बतकां दे बच्चे इकट्ठे पालदे ने, पता उदों लगता जदों वो किसी पानी के कंढे जाते हैं, वो पानी च ठिल जाते हैं तो बाहर टुरदे रह जाते हैं। जिस तरह तुहानूं जगजीत सिंह होरां ने दस्सिया कि इस समय भी भारतीय संस्कृति जो सतगुरु राम सिंह सच्चे पातशाह ने सुरजीत की और सतगुरु प्रताप सिंह सच्चे पातशाह ने जिसमें 4 चैनल लाए, वो अजे तक भी नामधारी हैगी है। उन्होंने दस्सिया उन्होंने कि जिसे देश भगतां दा जे तस्वीरां लगियां ने, देश भगत हाल में नामधारी जिहड़े जूड़े ला के जाते सन। एक वो श्रेणी है जिहड़े इन्होंने आखे गए बड़े पछड़े हुए ने, जिहड़े जुत्तियां ला के जाते हैं। मैनूं याद है मुंशा सिंह दुखी हो रही एक होए ने, बड़े तगड़े लिखारी सन। उन्होंने अमेरिका विलायत का दौरा किया, इत्थे लोगों ने आख्या कि तुहाडा देश बहुत पछड़िया होया। उन्होंने फिर आख्या भी साडा देश तो बहुत पछड़िया है, पर असीं समझदे हां भी तुसीं किसी काम जोगे नहीं, जिहड़े जिन्हां दियां लड़कियां विआह तो पहलों ही बच्चियां वालियां बन जांदियां ने। जिस तरह शब्द उन्होंने आखे वो मेरे तो नहीं आखे जाते। तुहाडा दुआला निकलिया हुण वो लोग जिहड़े पश्चिमी सभ्यता वाले ने वो हिंदुस्तान वाल वेखदे ने। हिंदुस्तान वाले जिहड़े हिंदुस्तान के योगी ने उन्होंने को आके जाच सिखते हैं बैठन की, मन को ठीक करन दी। मैनू मौका मिलिया, एक मोटा सिंह जी उत्थे जज हैगे ने लंडन दे विच, मैं उन्होंने घर गया तो उत्थे एक गोरा आया कि उन्हें साढ़े वर्गे ढिले जे कपड़े पाए। तो मैं पूछा भी तू ढिले कपड़े क्यों पाए ने? उन्होंने अख गए आकड़ के तो यहो जे कपड़े पा पा के असीं इधर नूं मुड़दे पे हैं। वो तो इधर नूं मुड़दे ने, साडा शायद जी करदा होवे कि असीं उधर जाइए। भारतवर्ष की सभ्यता विचार ये जिन्ना चਿਰ नहीं आते दुनिया की शांति नहीं आती। सतगुरु प्रताप सिंह सच्चे पातशाह के उपदेश एक थां होया कि दिता सतगुरां ने, जिन्ना चਿਰ भारत की संस्कृति और भारत देश अगे नहीं लगता इस काम वास्ते, संसार से शांति नहीं हो सकती। अज अगे वो देश लगे ने। तुसीं ये दसो भी जदों लहंदे नूं मूँह करके आखिए भी सूरज चढ़े वो चढ़ जाएगा उत्थे? लहंदे तो हनेरा ही आउणा है। लहंदे नूं मूँह करके आने भी इत्थों बड़ी रोशनी आई, ये चानण हुंदा, ये गलत गल है।
सतगुरु राम सिंह सच्चे पातशाह ने, मैं अगे भी कई बार आख्या, सब तो पहलों देश आज़ाद कराउण तो पहलों अपने सिखां नूं जिहड़े बुरे व्यसन ने उन्हां तो आज़ाद कराया। उन्हां नूं लालच नहीं, उन्हां नूं लोभ नहीं, उन्हां नूं किसी नाल लिहाज नहीं, हंकार नहीं, जिहड़ा विरसे च मिलिया है संसार से दुनिया से बंदे नूं, हौमै रोग मानव का दीना, वो सतगुरां ने कढ़ दिता। कल उत्थे इत्थे दिल्ली विच ही अपना राजा साहब ग्वालियर ते बलवंत सिंह होरी रामू वालिया वो आए सन, तो उन्होंने चर्चा की थी इस गल की कि अज वंड पाई जाती है, ये हिंदू है, मुसलमान है, सिख है, ईसाई है। तो ये देखो जिहड़े चोर ने वो हिंदू भी चोर है, मुसलमान भी चोर है, ईसाई भी चोर, इकट्ठे हो जाते हैं। वो सारे उत्थे बिल्कुल नहीं आते तू हिंदू है मैं तेरे नाल नहीं लड़ना, वो तो इकट्ठे हो जाते हैं। असीं धर्म मनण वाले जिहड़े असीं वखरे हुंदे हैं, पर जिहड़ा सतगुरां ने सानूं रस्ता विखाया वो ये है। जिस तरह इत्थे बड़ा चिर होया मैं पढ़िया, बाहर बड़े बैनर लगे सन जां पुलां ते लिख लाया सी, मच्छर रहेगा मलेरिया नहीं, धर्म रहणगे लड़ाई नहीं। धर्म जाति ये सब कुछ है। रविदास जी ने अपनी जाति नहीं लुकाई, पर उन्होंने लिखा है रविदास शुमार उस्तत करे हर कीर्त निमित एक गाय, पतत जात उत्तम पया चार वर्ण पए पगाए। कबीर जी ने लिखा, कबीर जुलाहा अपने आप में लिख के उन्होंने संबोधन किया, नामा छीबा कबीर जुलाहा पूरे गुरते गत पाई। सतगुरां ने बाणी द्वारा लिखा है, ब्रह्म के बेते शब्द पछाणा है हौमै जात गवाई। उन्होंने हौमै ते जातां सब गवा छड़ियां, जातां हुंदियां नहीं हैगियां। सुर नर तिनकी बाणी गावै कोई न मेटा पाई। इस पदवी नूं प्राप्त होए और सतगुरु राम सिंह सच्चे पातशाह ने इस पदवी नूं अपने सिखां नूं प्राप्त कराया। एक सिख मुक्तसर विच उसनूं किसी निहंग सिंह ने मारिया। ऐसा समा आया वो निहंग सिंह जिहड़ा सी ना ਉਹਨੂੰ टट्टियां ਜਾਂ उल्टियां लग गईयां, वो बेहोश हो के डिग पिया। वो सिख कुदरती जंगल पानी गया तो देखा वो बंदा डिग्या पिया, ਉਹਨੇ चुक के ना ਉਹਨੂੰ घर ले आंदा। घर लिया दवाई बूटी की, पानी पूनी पियाया। जिस वे होश आई उन्हें आख्या तो बंदा जिन्होंने मैं मारिया सी मैनू मारेगा जी। उन्हें आख्या तेनों मारन वास्ते नहीं लिया, साढ़े सतगुरां दा हुक्म है कि बीमार की गरीब की सेवा करनी, मैं तेरी सेवा करने वास्ते लिया। ਉਹਨੂੰ राजी किया, उठ के चरनी पै गया तो तू अपने सतगुरु नूं मैनू भी मिला, मैनू भी नामधारी बना लै। इस तरह नामधारी बनते सन। सतगुरु राम सिंह सच्चे पातशाह ने काम क्रोध लोभ मोह हंकार अंदरों कढ़ के सत संतोख दया धर्म प्रवेश कराए, जिस कारण अपने शरीर का अपने परिवार का वो खत्म हो गया, अपनी करनी का हंकार नहीं रहा। सतगुरु राम सिंह की कृपा जान के मलेरकोटले एक दूजे तो अगे हो के जाके तोपां दे के खलो के आख्या भी मेरा साथ जाता बिलिया छेती कर। किसी इतिहास के विच मैं नहीं पढ़िया लिखिया, मैं बहुत पढ़िया होया भी नहीं, जे किसी ने पढ़िया हो तो दस देवे भी इस तरह इट्टां अगे उन्होंने आख्या तेरा कद मधरा तोप के अगे नहीं आता, इट्टां रख के थले थले टीमां रख के वाहन दियां। उन्हें आख्या हुण तो नहीं मेरा कद मधरा, छेती कर। कदे पढ़िया नहीं इस तरह के किसी इतिहास भी। ये सतगुरु राम सिंह ने कृपा की, और ये वो कृपा है जी आत्म ज्ञान कराया। उन्होंने दिसदा सी कि उत्थे सतगुरु राम सिंह का दरबार है उत्ते, तो उत्थे सिख सारे जिहड़े जांदे ने उत्थे चले जाते हैं। उन्होंने बहुत वधिया थां दिसदा सी, इस वास्ते उत्थे चले गए, एक दूजे दे अगे हो के गए। बहुत दूर की गल नहीं, मैनू पूरा याद नहीं होना, 15 कुछ साल हो गए ने। एक संत अमर सिंह होई सन, जलंधर होंदे सन, जड़ा वाले तो पिछों आए ने, तो उत्थे उन्होंने जलंधर फैक्ट्री लाई, कारखाना लाया। उन्होंने भरा भी है ने सारे, तो रात नूं
ਕਾਫੀ ਦੇਰ ਤੱਕ ਖਰਾਤ 'ਤੇ ਕੰਮ ਕਰਨਾ ਆਪਣੇ ਭਰਾਵਾਂ ਦੇ ਨਾਲ, ਅਤੇ ਉਹਨਾਂ ਨੂੰ ਆਖਿਆ ਵੀ 1 ਵਜੇ ਤੋਂ ਬਾਅਦ ਮੈਨੂੰ ਤੁਸੀਂ ਕੋਈ ਕੰਮ ਨਹੀਂ ਆਖਣਾ। ਉਹ ਰੋਜ਼ ਰਾਤ ਨੂੰ ਆਪਣਾ ਕੰਮ ਕਰਕੇ 1 ਵਜੇ ਉੱਠ ਕੇ ਭਜਨ ਕਰਦੇ ਸੀ। ਬਹੁਤ ਵਧੀਆ ਬਿਰਤੀ ਬਣੀ ਸੀ ਉਹਦੀ। ਮੈਨੂੰ ਆਖਣ ਲੱਗੇ ਵੀ ਮੈਂ ਬਿਮਾਰ ਹਾਂ ਅਤੇ ਮੈਂ ਇਲਾਜ ਕਿੱਥੇ ਕਰਾਵਾਂ। ਮੈਂ ਕਿਹਾ ਦਿੱਲੀ ਮੈਡੀਕਲ ਇੰਸਟੀਚਿਊਟ ਬਹੁਤ ਵਧੀਆ, ਉੱਥੇ ਚਲੇ ਜਾਓ ਤੁਸੀਂ। ਉਹ ਇੱਥੇ ਦਿੱਲੀ ਮੈਡੀਕਲ ਇੰਸਟੀਚਿਊਟ 'ਚ ਆ ਗਏ। ਜਿਸ ਵੇਲੇ ਉਹਨਾਂ ਦਾ ਅੰਤ ਦਾ ਸਮਾਂ ਆਇਆ, ਉਹਨਾਂ ਨੇ ਡਾਕਟਰਾਂ ਨਰਸਾਂ ਨੂੰ ਸਾਰਿਆਂ ਨੂੰ ਸੱਦ ਕੇ ਆਖਿਆ ਵੀ ਹੁਣ ਤੁਸੀਂ ਮੈਨੂੰ ਦਵਾਈ ਕੋਈ ਨਹੀਂ ਦੇਣੀ, ਮੇਰਾ ਤੁਹਾਡਾ ਸਾਹ ਮੁੱਕ ਗਿਆ। ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ, ਨਵੰਬਰ ਦਾ ਮਹੀਨਾ ਸੀ, ਸ਼ਾਇਦ 20 ਨਵੰਬਰ ਹੋ ਗਏ। ਉਹਨਾਂ ਕਿਹਾ 20 ਨਵੰਬਰ ਨੂੰ 2:00 ਤੇ ਇੰਨੇ ਸਕਿੰਟਾਂ ਦੇ ਮੈਂ ਸਰੀਰ ਛੱਡ ਦੇਣਾ। ਦਸੰਬਰ ਦਾ ਮਹੀਨਾ ਅਤੇ ਆਪਣੇ ਲੜਕੇ ਨੂੰ ਅਤੇ ਜਵਾਈ ਨੂੰ, ਜਵਾਈ ਉਹਨਾਂ ਦਾ ਹੰਸਪਾਲ ਜੀ ਦੇ ਤਾਏ ਦਾ ਮੁੰਡਾ, ਉਹਨਾਂ ਨੂੰ ਸੱਦ ਕੇ ਆਖਣ ਲੱਗੇ ਅਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਕੋਈ ਦੱਸੋ, ਤੁਹਾਨੂੰ ਕੋਈ ਚੀਜ਼ ਕਿਸੇ ਦੀ ਲੋੜ, ਕੋਈ ਖਾਣ ਪੀਣ ਦੀ। ਉਹਨਾਂ ਆਖਿਆ ਜੋ ਸਗੁਰਾਂ ਨੇ ਮੈਨੂੰ ਵਿਖਾ ਦਿੱਤਾ ਨਾ, ਉਹਨਾਂ ਨੂੰ ਵੇਖ ਕੇ ਅਤੇ ਉਹ ਦਰਗਾਹੀ ਚੀਜ਼ਾਂ ਵੇਖੀਆਂ ਨੇ, ਆਹ ਜਿਹੜੀ ਤੁਹਾਡੀ ਚੀਜ਼ਾਂ ਨੇ ਇੱਥੋਂ ਦੀਆਂ, ਇਹਨਾਂ ਨੂੰ ਮੈਨੂੰ ਵੇਖਣ ਨੂੰ ਜੀ ਨਹੀਂ ਕਰਦਾ, ਖਾਣਾ ਮੈਂ ਕੀ ਇਹਨਾਂ 'ਚ। ਜਿਹੜਾ ਬੰਦਾ ਅਮਰੀਕਾ ਚਲਾ ਜਾਏ ਉਹ ਵਲੈਤ ਵੀ ਨਹੀਂ ਆਉਂਦਾ ਮੁੜ ਕੇ। ਫਿਰ ਉਹਨਾਂ ਨੇ ਇਹਨਾਂ ਨੂੰ ਆਖਿਆ ਵੀ ਤੁਸੀਂ ਪੱਗਾਂ ਸਿੱਧੀਆਂ ਕਰੋ, ਮੈਂ ਜਿੱਥੇ ਗਿਆ ਉੱਥੇ ਇਹਨਾਂ ਦਾ ਮੁੱਲ ਹੈ, ਤੁਹਾਡੀ ਕੋਈ ਪੁੱਛ ਗਿੱਛ ਨਹੀਂ ਉੱਥੇ। ਉਹਨਾਂ ਆਖਿਆ ਜੀ ਕਰ ਲਾਂਗੇ। ਉਹਨਾਂ ਆਖਿਆ ਝੂਠ ਨਾ ਬੋਲਿਓ ਮੇਰੇ ਕੋਲ, ਤੁਸੀਂ ਮੁੱਕਰ ਜਾਣਾ ਤਾਂ। ਇਸ ਤਰ੍ਹਾਂ ਬੜਾ ਪੱਕਾ ਕੀਤਾ ਇਹਨਾਂ ਨੂੰ। ਅਤੇ ਉਹਨਾਂ ਨੂੰ ਵੀ ਦੱਸਿਆ ਕਿ ਮੈਂ ਇਸ ਵੇਲੇ ਸਰੀਰ ਛੱਡ ਦੇਣਾ। ਸਾਧ ਸੰਗਤ ਜੀ ਉਹ ਠੀਕ ਦੱਸੇ ਸਮੇਂ ਅਨੁਸਾਰ ਸਰੀਰ ਛੱਡ ਗਏ। ਇਹ ਵਿੱਦਿਆ ਨਾ ਵਲੈਤੋਂ, ਨਾ ਅਮਰੀਕਾ ਤੋਂ ਅਤੇ ਨਾ ਆਸਟ੍ਰੇਲੀਆ ਤੋਂ ਕਿਤੋਂ ਨਹੀਂ ਮਿਲ ਸਕਦੀ ਬਗੈਰ ਸਗੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਹੁਕਮ ਮੰਨਿਆਂ ਤੋਂ ਬਿਨਾਂ। ਇਹ ਕੋਸ਼ਿਸ਼ ਕਰੋ ਕਿ ਸਗੁਰਾਂ ਦੇ ਹੁਕਮ ਮੰਨੇ ਜਾਣ। ਸਗੁਰਾਂ ਨੇ ਵਿਆਹ ਦਾ ਸਿਲਸਿਲਾ ਜਿਹੜਾ ਜਾਰੀ ਕੀਤਾ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕਰਕੇ ਉਹਨਾਂ ਨੂੰ ਮੇਲਿਆਂ ਵਿੱਚ ਚਲਾਇਆ। ਸਾਡੇ ਵਿਆਹ 'ਚ ਬਹੁਤ ਤਰੁੱਟੀਆਂ ਆਉਂਦੀਆਂ ਨੇ, ਕੋਸ਼ਿਸ਼ ਤਾਂ ਕਰਦੇ ਨੇ ਘਰ ਵਿਆਹ ਕਰ ਲਈਏ, ਪਰ ਜਿਸ ਤਰ੍ਹਾਂ ਸ਼ਰਮੀ ਰਿਸ਼ਤੇਦਾਰ ਬਹੁਤ ਨਾਮਧਾਰੀ ਹੁੰਦੇ ਨੇ, ਉਹ ਫਿਰ ਜਾਂਦੇ ਨਹੀਂ। ਇਸ ਵਾਸਤੇ ਫਿਰ ਉਹ ਵਿਆਹ ਕਰਕੇ ਇੱਥੇ ਬਹੁਤੇ ਨਹੀਂ, ਪਰ ਕੁਝ ਨਾ ਕੁਝ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਫਿਰ ਘਰੇ ਆ ਕੇ ਗਲਤ ਕੰਮ ਕਰਦੇ ਨੇ। ਮੈਂ ਤੁਹਾਨੂੰ ਇਹਦੇ ਬਾਰੇ ਅੱਗੇ ਵੀ ਸ਼ਾਇਦ ਦੱਸਿਆ ਹੋਵੇਗਾ, ਮੈਂ ਹੁਣ ਫਿਰ ਤੁਹਾਨੂੰ ਦੱਸ ਦਿੰਦਾ। ਇੱਕ ਸੁਰਜੀਤ ਸਿੰਘ ਨਾਂ ਦਾ ਭਾਰਾ ਜਿਹਾ ਸਿੰਘ ਹੈ, ਖੁੜਾਮ ਪਟਿਆਲੇ ਦੇ ਜ਼ਿਲ੍ਹੇ 'ਚ ਸ਼ਾਇਦ ਪਿੰਡ ਹੈ, ਉੱਥੇ ਰਹਿੰਦਾ ਉਹ ਜਿਉਂਦਾ ਹੈ ਜੀ, ਜਿਹਨੂੰ ਮਰਜ਼ੀ ਉਹਦੀ ਪੁੱਛ ਲਿਆ ਜੀ ਤੁਸੀਂ। ਉਹਦੀ ਇੱਕ ਲੜਕੀ ਮਹਿੰਦਰ ਕੌਰ, ਉਸ ਕੁੜੀ ਦਾ ਨਾਂ ਹੈ, ਉਹਨੇ ਖੁੱਲ੍ਹਿਆਂ ਦੇ ਮੰਗ ਦਿੱਤੀ ਅਤੇ ਸ਼ਰਾਬ ਪੀਣ ਲੱਗ ਪਿਆ, ਸ਼ਹਿਰਾ ਵੀ ਲਾ ਦਿੱਤਾ, ਬਿਮਾਰ ਹੋ ਗਿਆ। ਬਿਮਾਰ ਹੋ ਕੇ ਫੇਫੜੇ ਖਰਾਬ ਹੋ ਗਏ, ਪਟਿਆਲੇ ਹਸਪਤਾਲ ਜਾ ਕੇ ਦਾਖਲ ਹੋ ਗਿਆ। ਡਾਕਟਰ ਉਹਦਾ ਚੰਗਾ ਵਾਕਫ ਸੀ, ਉਹਨੇ ਉਹਦਾ ਇਲਾਜ ਸ਼ੁਰੂ ਕਰਤਾ। ਕਰਦਿਆਂ ਪਤਾ ਨਹੀਂ ਮਹੀਨਾ 2 ਮਹੀਨੇ ਕਿੰਨਾ ਚਿਰ ਮੰਜੇ 'ਤੇ ਲੇਟਿਆ ਰਿਹਾ। ਇਹ ਹਾਲਤ ਹੋ ਗਈ ਵੀ ਇੱਕ ਦਿਨ ਡਾਕਟਰ ਨੇ ਕਹਿ ਤਾ ਨਰਸਾਂ ਨੂੰ ਵੀ ਅੱਜ ਸਵੇਰੇ ਜਿਹੜਾ ਸਰੀਰ ਅੱਜ ਰਾਤ ਚੱਲ ਜਾਏਗਾ, ਕੱਲ੍ਹ ਨੂੰ ਮੈਨੂੰ ਚੁੱਕ ਲੈਣਾ। ਉਸ ਰਾਤ ਉਸ ਦੇ ਦੱਸਣ ਅਨੁਸਾਰ ਮੈਨੂੰ ਪੂਰਾ ਪਤਾ ਨਹੀਂ 10-11 ਵਜੇ ਕਿੰਨੇ ਵਜੇ ਉਹਦਾ ਜੀਵ ਆਤਮਾ ਸਰੀਰ ਤੋਂ ਨਿਕਲ ਜਾਂਦਾ। ਉਹ ਕਹਿੰਦਾ ਮੈਨੂੰ ਜਮਦੂਤਾਂ ਨੇ ਫੜਿਆ ਅਤੇ ਕੀ ਉਹਨੂੰ ਤੰਗੀ ਦਿੱਤੀ ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ। ਅਤੇ ਕਹਿੰਦਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਉੱਥੇ ਸਾਹਮਣੇ ਆ ਗਏ ਅਤੇ ਉਹਨਾਂ ਨੇ ਆਖਿਆ ਇਹਨੂੰ ਛੱਡ ਦਿਓ, ਅਤੇ ਉਹਨੂੰ ਛੱਡ ਦਿੱਤਾ। ਫਿਰ ਉਹਨਾਂ ਨੇ ਫੜ ਲਿਆ, ਫਿਰ ਫੜ ਕੇ ਅਤੇ ਉਹ ਕਹਿੰਦੇ ਰੇਲ ਦੇ ਇੰਜਨ ਥੱਲੇ ਮੈਨੂੰ ਦਿੱਤਾ ਅਤੇ ਮੈਂ ਸਗੁਰਾਂ ਨੂੰ ਯਾਦ ਕੀਤਾ ਅਤੇ ਸਗੁਰਾਂ ਨੇ ਆਖਿਆ ਤੈਨੂੰ ਫਿਰ ਛਡਾਇਆ। ਫਿਰ ਦੁਬਾਰਾ ਛਡਾ ਕੇ ਅਤੇ ਉਹਨੂੰ ਆਖਿਆ ਵੀ ਤੈਨੂੰ ਆਖਿਆ ਸੀ ਵੀ ਤੂੰ ਮਾਸ ਸ਼ਰਾਬ ਛੱਡ ਅਤੇ ਇਸ਼ਨਾਨ ਕਰਿਆ ਕਰ, ਅਤੇ ਮੇਲਾ ਤੂੰ ਕੋਈ ਨਹੀਂ ਕਰਾਇਆ ਸਾਧ ਸੰਗਤ ਦਾ। ਇਹ ਗੱਲ ਆਖ ਕੇ ਅਤੇ ਫਿਰ ਉਹਨੇ ਪਹਿਲਾਂ ਕਹਿੰਦਾ ਮੇਰਾ ਉੱਥੇ ਵੀ ਜੀ ਇਸ ਤਰ੍ਹਾਂ ਦਾ ਸੀ, ਮੇਰਾ ਮੰਨਣ ਨੂੰ ਜੀ ਨਾ ਕਰੇ, ਪਰ ਫਿਰ ਉਹ ਮੌਤ ਤੋਂ ਡਰਦੇ ਫਿਰ ਮੈਂ ਮੰਨਿਆ, ਡਰ ਤੋਂ ਵੀ ਮੰਨਿਆ ਵੀ ਮੈਂ ਜਿਸ ਤਰ੍ਹਾਂ ਹੁਕਮ ਹੋਗਾ ਉਸ ਤਰ੍ਹਾਂ ਕਰਾਂਗਾ। ਕੁੜੀ ਖੁੱਲ੍ਹਿਆਂ ਵੱਲ ਕੇ ਮੰਗੀ ਹੈ, ਇਹ ਵੀ ਸਗੁਰਾਂ ਨੇ ਹੁਕਮ ਦਿੱਤਾ। ਉੱਥੇ ਜਾ ਕੇ ਵੀ ਕੁੜੀ ਖੁੱਲ੍ਹਿਆਂ ਦੀ ਛੁਟਕਾਰਾ ਨਹੀਂ ਹੋਣਾ। ਇਹ ਸੁਰਜੀਤ ਸਿੰਘ ਨੂੰ ਪੁੱਛ ਲਿਆ ਸੀ ਜਾ ਕੇ, ਉਹ ਜਿਉਂਦਾ ਹੈ ਜੀ,
फिर वो मेरे को आया। ਅੰਮ੍ਰਿਤਸਰ ਹੋਲਾ ਸੀ, ਸਤਿਰ ਜ਼ਿਲ੍ਹਾ ਜਿਹੜਾ ਅੰਮ੍ਰਿਤਸਰ, ਇਹ ਮੈਨੂੰ ਪਤਾ ਨਹੀਂ ਪਹਿਲਾ ਹੋਲਾ ਸੀ ਦੂਸਰਾ ਸੀ। ਉੱਥੇ ਉਹ ਆਇਆ, ਉਹਨੇ ਆ ਕੇ ਮੈਨੂੰ ਉਹਨੇ ਸੁਨੇਹਾ ਕਰਿਆ ਕਿਸੇ ਦੇ ਹੱਥ, ਮਸਤਾਨਗੜ੍ਹ ਦਾ ਮੈਂ, ਅਤੇ ਮੈਂ ਉਹਨੂੰ ਜਵਾਬ ਦੇ ਦਿੱਤਾ ਵੀ ਮੇਰੇ ਕੋਲ ਵਕਤ ਕੋਈ ਨਹੀਂ ਗੱਲ ਕਰਨ ਦਾ। ਉਹ ਘਰ ਚਲਾ ਗਿਆ। ਰਾਤ ਸੁੱਤਾ ਹੈ, ਉਹਨੂੰ ਫਿਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਦਰਸ਼ਨ ਹੋਇਆ ਵੀ ਤੂੰ ਕਿਉਂ ਨਹੀਂ ਮੇਲਾ ਲੈ ਕੇ ਆਇਆ। ਉਹਨੇ ਆਖਿਆ ਜੀ ਮੇਲਾ ਮੈਂ ਕੀ ਲੈ ਕੇ ਆਵਾਂ, ਉੱਥੇ ਦੇ ਮੈਨੂੰ ਵਕਤ ਹੀ ਨਹੀਂ ਉਹਨਾਂ ਕੋਲ ਗੱਲ ਸੁਣਨ ਦਾ। ਉਹਨੇ ਆਖਿਆ ਤੂੰ ਸੁਨੇਹਾ ਭੇਜਿਆ, ਤੂੰ ਆਪ ਜਾ ਕੇ ਗੱਲ ਕਰ। ਮੈਨੂੰ ਤਾਂ ਇਸ ਗੱਲ ਦਾ ਕੋਈ ਪਤਾ ਨਹੀਂ। ਉਹ ਫਿਰ ਆਪ ਆਇਆ। ਆਪ ਜਿਸ ਵੇਲੇ ਆ ਕੇ ਉਹਨੇ ਮੈਨੂੰ ਆਖਿਆ ਅਤੇ ਮੈਂ ਉਸੇ ਵੇਲੇ ਹੀ ਆਖ ਦਿੱਤਾ ਵੀ ਫਲਾਣਾ ਦਿਨ ਕੱਟ ਕੇ ਫਲਾਣੇ ਦਾ ਇਹਨੂੰ ਦੇ ਦਿਓ ਮੇਲਾ। ਮੈਨੂੰ ਪਿਛਲੀ ਕਹਾਣੀ ਦਾ ਕੋਈ ਪਤਾ ਨਹੀਂ, ਸਤਿਗੁਰਾਂ ਦੀ ਪ੍ਰੇਰਨਾ ਨਾਲ ਜੋ ਕੁਝ ਹੁੰਦਾ ਸਾਰਾ ਕੁਝ ਹੋਇਆ। ਸੋ ਮੇਰਾ ਸਿਰਫ ਕਹਿਣ ਤੋਂ ਮਤਲਬ ਹੈ ਕਿ ਇਹ ਵਿਆਹ ਜਿਹੜੇ ਨੇ ਨਾ, ਇਹ ਗਲਤ ਨਾ ਕਰਿਆ ਕਰੋ। ਤੁਹਾਡੇ ਵਿਆਹ ਬਹੁਤ ਉੱਚੇ ਨੇ, ਬਹੁਤ ਸੁੱਚੇ ਨੇ, ਬਹੁਤ ਚੰਗੇ ਨੇ, ਲੋਕ ਤਾਰੀਫ ਕਰਦੇ ਨੇ। ਦੁਨੀਆ ਵਿੱਚ ਲੋਕ ਅਤੇ ਪਰਲੋਕ ਵਿੱਚ ਦੋਵੇਂ ਥਾਈਂ ਤੁਹਾਡੇ ਵਿਆਹ ਜਿਹੜੇ ਨੇ ਸਾਡੀ ਰੱਖਿਆ ਕਰਨ ਵਾਲੇ ਨੇ। ਇਹਨਾਂ ਨੂੰ ਵਿਗਾੜਿਆ ਨਾ ਕਰੋ। 1963 ਵਿੱਚ ਜਦੋਂ 1863 ਦੀ ਯਾਦ ਮਨਾਈ ਖੋਟਿਆਂ ਪਿੰਡ ਵਿੱਚ, ਉੱਥੇ ਆਮਨ ਭਾਰਤੀ ਹੋਰਾਂ ਦੀ ਮਦਦ ਨਾਲ ਹੋਰ ਜਿਹੜੇ ਸਾਡੇ ਪ੍ਰਬੰਧਕ ਸਨ, ਇਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਅਤੇ ਟੈਲੀਵਾਈਜ਼ ਕੀਤਾ ਗਿਆ ਸਾਰੀ ਦੁਨੀਆ ਦੇ ਉੱਤੇ। ਉਹ ਵਿਆਹ ਜਿਹੜੇ ਸਨ 150 ਦੇ ਕਰੀਬ ਵਿਆਹ ਸੀ, ਇਕੱਠੇ ਇੱਕੋ ਚੱਕਰ ਦੇ ਵਿੱਚ ਵਿਆਹ ਕੀਤੇ। ਮਹਾਰਾਜ ਜੀਤ ਸਿੰਘ ਹੋਰੀ ਆਸਟ੍ਰੇਲੀਆ ਗਏ, ਉਹਨਾਂ ਨੂੰ ਵੇਖ ਕੇ ਨਾ ਪੱਗਾਂ ਪੁੱਗਾਂ, ਅਤੇ ਉਹਨਾਂ ਨੇ ਦੱਸਿਆ, ਇੱਕ ਗੋਰੀ ਨੇ ਆ ਕੇ ਪੁੱਛਿਆ ਤੁਸੀਂ ਉਹ ਜਿਹੇ ਜਿਨ੍ਹਾਂ ਦੇ ਵਿਆਹ ਇਸ ਤਰ੍ਹਾਂ ਹੁੰਦੇ ਨੇ, ਕਿੱਥੋਂ ਤੱਕ ਤੁਹਾਡੇ ਵਿਆਹ ਦੀ ਚਰਚਾ। ਇੰਨੀ ਵਧੀਆ ਚੀਜ਼ ਨੂੰ ਛੱਡ ਕੇ, ਸਤਿਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਹੁਕਮੀ ਬੰਦਾ ਹੋਏਗਾ ਇਹਦੇ ਤੋਂ ਜਾਇਜ਼ ਸਲਾਮ ਕਰਨ ਦਾ। ਇਸ ਗੱਲ ਦਾ ਧਿਆਨ ਰੱਖੋ ਕਿ ਅਸੀਂ ਬਹੁਤ ਉੱਚੇ ਥਾਂ ਅਤੇ ਨੀਵੇਂ ਪਾਸੇ ਨੂੰ ਸਾਨੂੰ ਨਹੀਂ ਰੁੜਨਾ ਚਾਹੀਦਾ। ਤੁਰਿਆ ਤੁਰਿਆ ਆਦਮੀ ਜਾਂਦਾ, ਕਈ ਵਾਰ ਡਿੱਗ ਵੀ ਪੈਂਦਾ, ਕੱਪੜੇ ਕੁੱਪੜੇ ਝਾੜ ਕੇ ਫਿਰ ਤੁਰ ਪਵੇ, ਕਿਉਂਕਿ ਇਸ ਸਮੇਂ ਦਾ ਪ੍ਰਭਾਵ ਹੈ। ਸਿਨੇਮਾ ਵੇਖਣ ਨੂੰ ਬੜਾ ਜੀਅ ਕਰੇਗਾ, ਸ਼ਰਾਬ ਪੀਣ ਨੂੰ ਜੀਅ ਕਰੇਗਾ, ਕਲੱਬਾਂ ਵਿੱਚ ਜਾਣ ਨੂੰ ਜੀਅ ਕਰੇਗਾ, ਪਰ ਇਸ ਜੀਅ ਦੇ ਮਗਰ ਲੱਗ ਗਏ ਅਤੇ ਰੁੜ ਜਾਵਾਂਗੇ ਅਸੀਂ। ਇਸੇ ਨੂੰ ਸਤਿਗੁਰਾਂ ਨੇ ਹੁਕਮ ਦਿੱਤਾ ਵੀ ਇੱਥੇ ਸਾਧ ਸੰਗਤ ਵਿੱਚ ਆ ਕੇ ਇਸੇ ਮਨ ਨੂੰ ਹੀ ਮੋੜਨਾ ਸਾਂ ਵੀ ਚੰਗੇ ਪਾਸੇ ਤੁਰਨਾ। ਸਤਿਗੁਰੂ ਰਾਮ ਸਿੰਘ ਦੇ ਹੁਕਮ ਸੁਣਦੇ ਹੋ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਰੋਜ਼ ਉਪਦੇਸ਼ ਸੁਣੀਦਾ, ਕਿੰਨੀ ਤਾੜਨਾ ਕੀਤੀ ਸਾਨੂੰ। ਅੱਜ ਵੀ ਸੱਚੇ ਪਾਤਸ਼ਾਹ ਦਾ ਉਪਦੇਸ਼ ਆਇਆ ਸੀ ਨਾ, ਇੱਕ ਨਰੈਣ ਸਿੰਘ ਸੇਠ ਸੀ ਬੜਾ ਵੱਡਾ, ਉਹ ਸਤਿਗੁਰਾਂ ਦੀ ਕਿਰਪਾ ਨਾਲ ਸੇਠ ਬਣਿਆ। ਕਿਸ ਤਰ੍ਹਾਂ ਬਣਿਆ, ਜਿਹੜੀ ਮੇਰੇ ਸਾਹਮਣੇ ਗੱਲਾਂ ਹੋਈਆਂ ਨੇ ਮੈਂ ਤੁਹਾਨੂੰ ਉਹ ਦੱਸਣਾ ਚਾਹੁੰਦਾ। ਭੈਣੀ ਸਾਹਿਬ ਸੇਠ ਪਰਿਵਾਰ ਆਏ ਸਾਰੇ, ਨਾਲ ਨਰੈਣ ਸਿੰਘ ਸੀ, ਉਹਦਾ ਪਿਤਾ ਨਾਲ ਸੀ, ਹੋਰ ਚਾਚੇ ਤਾਏ ਸਨ ਜਾਂ ਭਰਾ ਸਨ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ ਵੀ ਜਿਹੜੀ ਕੋਠੀ ਹੈ ਨਾ, ਇੱਕ ਨੰਬਰ ਵਾਲੀ ਜਿੱਥੇ ਮੇਰੇ ਨਾਲ, ਇਹ ਕੋਠੀ ਬਣਾਉਣੀ ਹੈ, 2000 ਰੁਪਈਆ ਚਾਹੀਦਾ। ਐਡੇ ਵੱਡੇ ਸੇਠ, ਅਤੇ ਉਹਨਾਂ ਨੇ ਜਵਾਬ ਦੇ ਦਿੱਤਾ। ਅਤੇ ਇਸ ਨਰੈਣ ਸਿੰਘ ਨੇ ਮੇਰੇ ਹੁੰਦਿਆਂ ਜਿਹੜਾ ਕੋਠੀ ਦਾ ਵਿਚਕਾਰਲਾ ਕਮਰਾ ਨਾ, ਸੇਠਾਂ ਦੀ ਅੱਖ ਵਜਾ ਕੇ ਲਾਂਭੇ ਹੋ ਕੇ 2000 ਰੁਪਈਆ ਸਤਿਗੁਰਾਂ ਦੇ ਭੇਟਾ ਕਰ ਦਿੱਤਾ ਉਸੇ ਵੇਲੇ। ਅਤੇ ਨਾਲ ਇਹ ਅਰਜ਼ ਕੀਤੀ, ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ, ਮੇਰੇ ਸਾਰੇ ਪੈਸੇ ਤੁਹਾਡੇ ਨੇ। ਉਹ ਦਿਨ ਲੰਘ ਗਿਆ। ਉਹਨਾਂ ਨੇ ਹੱਥ ਲੈਣ ਵੇਲੇ ਦੇਣ ਵੇਲੇ ਉਹ ਨਹੀਂ ਦਿੰਦੇ। ਉਸ ਵੇਲੇ ਮਨ ਬੜਾ ਵਧੀਆ ਬਣਿਆ ਸੀ, ਕਿਰਪਾ ਹੋ ਗਈ। ਅੱਜ ਹੋਰ ਕੱਲ੍ਹ ਹੋਰ ਹੁੰਦਿਆਂ ਗੋਖ ਵਿੱਚ ਬੜਾ ਵੱਡਾ ਦਫ਼ਤਰ ਉਹਨਾਂ ਦਾ ਬਣ ਗਿਆ, ਕੱਪੜੇ ਵਗੈਰਾ ਦਾ। ਫਿਰ ਜਾਪਾਨ 'ਚ ਬਣ ਗਿਆ, ਇੰਡੋਨੇਸ਼ੀਆ 'ਚ ਬਣ ਗਿਆ, ਸਿੰਗਾਪੁਰ ਬਣ ਗਿਆ, ਅਮਰੀਕਾ ਬਣ ਗਿਆ। ਇੰਨੇ ਥਾਵਾਂ 'ਚ ਉਹਨਾਂ ਦਾ ਕੰਮ ਚਾਲੂ ਹੋ ਗਿਆ। ਮੇਰਾ ਕੰਮ ਹੀ ਨਹੀਂ ਚਾਲੂ ਹੋਇਆ। ਬਕੋਕ ਦੇ ਵਿੱਚ ਕੋਈ ਸਭਾ, ਭਾਵੇਂ ਸਿਆਮੀਆਂ ਦੀ ਹੋਵੇ ਅਤੇ ਭਾਵੇਂ ਸਿੱਖਾਂ ਦੀ, ਭਾਰਤੀਆਂ ਦੀ ਹੋਵੇ, ਜਿਹਦੇ ਨਰੈਣ ਸਿੰਘ ਨਾ ਜਾਵੇ, ਉਹ ਸਮਝਦੇ ਸੀ ਇਹ ਸਭਾ ਨਹੀਂ ਠੀਕ, ਜ਼ਰੂਰ ਉਹਨੂੰ ਸੱਦਿਆ ਜਾਂਦਾ ਸੀ। 1934 ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਪਹਿਲੀ ਵਾਰ ਸ਼ਾਮ ਗਏ ਨੇ। ਉਹਨਾਂ ਦਿਨਾਂ 'ਚ ਕਾਰਾਂ ਕੋਈ ਨਹੀਂ ਹੁੰਦੀਆਂ। ਉਹਨੇ ਕਿਸੇ ਵੀ ਤਰ੍ਹਾਂ 101 ਕਾਰ ਦਾ ਪ੍ਰਬੰਧ ਕਰਕੇ ਅਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਜਲੂਸ ਕਢਾਇਆ, ਛਤਰ ਉੱਤੇ ਬੜਾ ਵੱਡਾ ਸਾਰਾ ਲਾ ਕੇ। ਬਹੁਤ ਸੇਵਾ ਕੀਤੀ। ਰਜਾ ਸਤਿਗੁਰਾਂ ਦੀ ਜਦੋਂ
ਇੰਨੇ ਪੈਸੇ ਆ ਗਏ, ਹੌਲੀ ਹੌਲੀ ਮਨ ਜਿਹੜਾ ਸੀ ਉਹ ਬਦਲਣਾ ਸ਼ੁਰੂ ਹੋ ਗਿਆ, ਵਿਆਹ ਗਲਤ ਕਰਨੇ ਸ਼ੁਰੂ ਕਰਤੇ। ਅਤੇ ਇੱਕ ਅਖਬਾਰ ਕੱਢ ਲਿਆ, ਉਹਦੇ 'ਚ ਸਗੁਰਾਂ ਨੂੰ ਬਾਬਾ ਲਿਖਾਇਆ ਸਿੰਘਾਪੁਰ ਵਿੱਚ। ਅਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਸ੍ਰੀ ਗੁਰਬਖਸ਼ ਸਿੰਘ ਹੋਰਾਂ ਨੂੰ ਆਖਿਆ ਵੀ ਅਸੀਂ ਜਦੋਂ ਜ਼ਮੀਨਾਂ ਲਈਆਂ ਨੇ ਨਾ ਜੀਵਨ ਨਗਰ ਦੇ ਇਲਾਕੇ, ਸਗੁਰਾਂ ਆਖਿਆ ਸਾਨੂੰ ਪੈਸਿਆਂ ਦੀ ਲੋੜ ਹੈ, ਜਾ ਕੇ ਉਹਨੂੰ ਆ ਕੇ ਪੈਸੇ ਦੇਵੇ। ਸੇਠ ਜੀ ਨੇ ਆਖਿਆ ਸੱਚੇ ਪਾਤਸ਼ਾਹ ਉਹ ਤਾਂ ਬੜਾ ਬਦਲ ਗਿਆ। ਸਗੁਰਾਂ ਆਖਿਆ ਮੇਰੇ ਨਾਲ ਉਹਦੀ ਗੱਲ ਹੋਈ ਹੈ, ਜਾ ਕੇ ਆਖ ਹੁਣ। ਸਗੁਰਾਂ ਨੇ ਆਪਣੀ ਗੱਲ ਯਾਦ ਕਰਾਤੀ, ਉਹ ਮੰਨਣ ਵਾਲਾ ਥਾਂ ਹੈ ਹੀ ਨਹੀਂ ਸੀ। ਫਿਰ ਸਾਧ ਸੰਗਤ ਜੀ ਇਹੋ ਜਿਹਾ ਕੰਮ ਬਣਿਆ। ਉਸੇ ਤਰ੍ਹਾਂ ਹੀ ਉਹ ਸਾਰੀ ਚੀਜ਼ ਵਾਪਸ ਹੁੰਦੀ ਗਈ। ਅੱਛਾ, ਫਿਰ ਉਹਦਾ ਲੜਕਾ ਜਿਹੜਾ ਅਤਰ ਸਿੰਘ ਸੀ, ਫਿਰ ਉਹ ਸੇਠ ਤਰਲੋਕ ਸਰਾਂ ਦਾ ਬੜਾ ਪਿਆਰ ਸੀ ਉਹਦੇ ਨਾਲ। ਉਹਨੇ ਆਖਣਾ ਵੇਖੋ ਮੈਨੂੰ ਪਿਤਾ ਜੀ ਆਂਦੇ ਨੇ ਤੂੰ ਸਗੁਰਾਂ ਦੇ ਨਾਲ ਨਾ ਜਾ। ਜਦੋਂ ਮੈਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਗਿਆ, ਆਹ ਮਾਲ ਇਸ ਭਾਅ ਸੀ ਅਤੇ ਇੰਨਾ ਮਹਿੰਗਾ ਵਿਕਿਆ ਮੇਰਾ। ਹੌਲੀ 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 ਉਹ ਮੁੰਡਾ ਵੀ ਨੇ ਜਿਹੜਾ ਗਲਤ ਹੋ ਗਿਆ। ਇੱਥੇ ਦਿੱਲੀ ਆਇਆ, ਸਤਿਗੁਰਾਂ ਨੇ ਆਖਿਆ ਭਈ ਅਤਰ ਸਿੰਘ ਆਇਆ ਸੀ ਇੱਥੇ, ਸੁਨੇਹਾ ਕਰ ਲਿਆ, ਨਾ ਮਿਲਿਆ। ਅੰਮ੍ਰਿਤਸਰ ਪਤਾ ਕੀਤਾ, ਸੁਨੇਹਾ ਕਰ ਲਿਆ, ਨਾ ਮਿਲਿਆ। ਸਤਿਗੁਰਾਂ ਆਖਿਆ ਅਤਰ ਸਿੰਘ ਮਰ ਗਿਆ। ਸੇਠ ਤਰਲੋਕ ਨੇ ਆਖਿਆ ਭਈ ਇਸ ਵਾਰ ਤੁਸੀਂ ਇਸ ਤਰ੍ਹਾਂ ਬਚਨ ਨਾ ਕਰਵਾਉਂਦੇ। ਨਹੀਂ, ਇਹ ਤਾਂ ਗੱਲ ਨਰਾਇਣ ਸਿੰਘ ਨੂੰ ਬਚਾਈ ਜਾਂਦਾ ਸੀ। ਉਹ ਵੀ ਖਤਮ ਹੋਇਆ। ਫਿਰ ਇਹੋ ਜਿਹੀ ਹਾਲਤ ਬਣੀ, ਅੱਜ ਇੱਥੋਂ ਵਿਹਾਰ ਡਿੱਗਿਆ, ਕੱਲ੍ਹ ਉੱਥੋਂ ਡਿੱਗਿਆ, ਕਰਦਿਆਂ ਕਰਦਿਆਂ ਜਿਹੜੇ ਇਹਨਾਂ ਦੇ ਲਹਿਣੇਦਾਰ ਜਿਹੜੇ ਸਨ ਉਹ ਦੁਆਲੇ ਹੋ ਗਏ ਸਾਰੇ ਆ ਕੇ। ਉੱਥੇ ਮੈਂ ਵੇਖਿਆ ਇੱਕ ਲੱਕੜ ਦਾ ਮਕਾਨ ਮਾੜਾ ਜਿਹਾ, ਉਹਦੇ ਦੁਆਲੇ ਦੁਆਲੇ ਕਿੰਨਾ ਕਿੰਨਾ ਪਾਣੀ, ਉੱਥੇ ਡੇਰਾ ਸੀ ਨਰਾਇਣ ਸਿੰਘ ਦਾ। ਅੱਜ ਸੱਚੇ ਪਾਤਸ਼ਾਹ ਉਪਦੇਸ਼ 'ਚ ਆਇਆ ਸੀ, ਇੱਕ ਮੇਰਾ ਖਿਆਲ ਕਿਸੇ ਲੜਕੀ ਦਾ ਉਹਨਾਂ ਦਾ ਵਿਆਹ ਸੀ ਅਤੇ ਉਹ ਚਾਹੁੰਦਾ ਸੀ ਘਰ ਕਰਨੀ, ਇਹੋ ਜਿਹੀ ਗੱਲ ਕੀਤੀ ਸੀ। ਅਤੇ ਉਹ ਸੱਚੇ ਪਾਤਸ਼ਾਹ ਜਿਹੜਾ ਤੇਜ਼ੀ 'ਚ ਵਚਨ ਕੀਤੇ ਨੇ ਭਈ ਉਹ ਸੇਠ ਆ ਕੇ ਆਖਣ ਸੱਚੇ ਪਾਤਸ਼ਾਹ ਕਿਰਪਾ ਕਰੋ, ਉਹ ਨਹੀਂ ਮੰਨਦਾ। ਸਗੋਂ ਆਖਿਆ ਵੀ ਜਿੰਨਾ ਚਿਰ ਉਹ ਸਾਧ ਸੰਗਤ 'ਚ ਆਉਂਦਾ ਨਹੀਂ, ਬਖਸ਼ਾਉਂਦਾ ਨਹੀਂ, ਉਹਨਾਂ ਚਿਰ ਉਹਨੇ ਬਖਸ਼ਿਆ ਨਹੀਂ ਜਾਣਾ। ਜਾਖਾ ਕਹਿਆ ਦਰਗਾਹ ਚੱਲੈ, ਸੋ ਕਿਸ ਕੋ ਨਜ਼ਰ ਲੈ ਆਵੇ ਚੱਲੈ। ਸੋ ਮੈਂ ਸਿਰਫ ਤੁਹਾਨੂੰ ਇਹ ਕਰਨੀ ਸੀ ਵੀ ਵਿਆਹ ਦੇ ਸਿਲਸਿਲੇ ਜਿਹੜੇ ਨੇ, ਵਿਆਹ ਦੀ ਕੋਈ ਗੱਲ ਨਹੀਂ, ਪਰ ਇਹ ਸਗੁਰਾਂ ਦਾ ਹੁਕਮ ਹੈ। ਜਿਹੜਾ ਸਵੇਰੇ ਉੱਠਣਾ, ਸਣੇ ਕਿ ਅਸੀਂ ਇਸ਼ਨਾਨ ਕਰਨਾ ਹੈ, ਇਹ ਸਗੁਰਾਂ ਦਾ ਹੁਕਮ ਹੈ, ਉਹਦੇ ਵਿੱਚ ਫਾਇਦਾ ਹੈ। ਤੁਸੀਂ ਪੜ੍ਹੋ, ਹਾਂ ਜਪਜੀ ਸਾਹਿਬ ਪੜ੍ਹਦੇ ਹੀ ਤੁਸੀਂ ਗੁਰੂ ਨਾਨਕ ਨੇ ਜਿਸ ਤਰ੍ਹਾਂ ਆਖਿਆ ਤੀਰਥ ਨਾਵਾ, 6ਵੀਂ ਪੌੜੀ ਹੈ ਮੇਰੇ ਖਿਆਲ, ਤੀਰਥ ਨਾਵਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਾ ਕਰੀ। ਜੇ ਉਹਨੂੰ ਚੰਗਾ ਲੱਗਦਾ ਜਿਹੜਾ ਇਸ਼ਨਾਨ ਉਹਨਾਂ ਦੇ ਹੁਕਮ ਅਨੁਸਾਰ ਉਹ ਠੀਕ ਹੈ, ਦੂਜਾ ਗਲਤ ਹੈ। ਸਤਿਗੁਰੂ ਰਾਮ ਸਿੰਘ ਦੇ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਜਿਹੜੇ ਹੁਕਮ ਨੇ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰੋ। ਫਿਰ ਇਸ ਲੋਕ ਵਿੱਚ ਅੱਗੇ ਜਾ ਕੇ ਵੀ ਤੁਹਾਡੀ ਸਹਾਇਤਾ ਹੈ। ਜਿਸ ਤਰ੍ਹਾਂ ਸਤਿਗੁਰਾਂ ਨੇ ਹੁਕਮ ਦਿੱਤਾ ਨਾਮ ਸਿਮਰਨ ਦਾ, ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ ਮੈਂ ਇਹ ਕਰਕੇ ਆਖਿਆ। ਜਿਨ੍ਹਾਂ ਦੀ ਯਾਦ ਵਿੱਚ ਅੱਜ ਦਿਨ ਮਨਾ ਰਹੇ ਹਾਂ, ਇੱਕ ਵਾਰ ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਆਪਣੇ ਜਥੇਦਾਰ ਸਾਹਿਬਾਂ ਤੋਂ ਗੁਰਬਾਣੀ ਅਤੇ ਇਤਿਹਾਸਕ ਵਿਚਾਰਾਂ ਸੁਣੀਆਂ ਨੇ। ਸੰਤ ਵਰਿਆਮ ਸਿੰਘ ਜੀ ਜਿਹੜੇ ਇੱਥੇ ਆਏ ਸਨ, ਉਹਨਾਂ ਨੇ ਵੀ ਬਹੁਤ ਕਿਰਪਾ ਕੀਤੀ ਹੈ। ਸੰਤ ਮਹਿੰਦਰ ਸਿੰਘ ਉਹਨਾਂ ਨੇ ਬੜੇ ਢੰਗ ਤਰੀਕੇ ਨਾਲ ਤੁਹਾਨੂੰ ਸਮਝਾਇਆ। ਹੁਣ ਮੈਂ ਇਹ ਅਰਜ਼ ਕਰਾਂਗਾ ਬਈ ਜਿਹੜੀਆਂ ਗੱਲਾਂ ਸੰਤ ਮਹਿੰਦਰ ਸਿੰਘ ਉਹਨਾਂ ਨੇ ਆਖੀਆਂ ਨੇ, ਜਿਸ ਤਰ੍ਹਾਂ ਇੱਕ ਜ਼ਿਮੀਂਦਾਰ ਨੂੰ ਟਰੈਕਟਰ ਲਿਆ ਕੇ ਫੜਾ ਦਈਏ ਵੀ ਤੂੰ ਆਹ ਟਰੈਕਟਰ ਵਾਹ ਅਤੇ ਇਹਦੇ ਨਾਲ ਤੇਰੀ ਜ਼ਮੀਨ ਬੜੀ ਵਧੀਆ ਬਣ ਜਾਏਗੀ, ਅਤੇ ਉਹਨੂੰ ਟਰੈਕਟਰ ਚਲਾਉਣਾ ਨਾ ਆਉਂਦਾ ਹੋਵੇ ਅਤੇ ਉਹ ਫਿਰ ਟਰੈਕਟਰ ਵਾਹ ਕੇ ਜ਼ਮੀਨ ਨਹੀਂ ਤਿਆਰ ਕਰ ਸਕਦਾ। ਆਪ ਪਹਿਲਾਂ ਉਹਨੂੰ ਉਸ ਯੋਗ ਬਣਾਇਆ ਜਾਵੇ ਜਿਹੜਾ ਉਹ ਗੱਲ ਸੁਣ ਕੇ ਸਮਝ ਸਕੇ। ਅਤੇ ਇੱਥੇ ਕਿਸੇ ਨੂੰ ਦਿਲ ਰਬਾ ਫੜਾ ਕੇ ਆਖੋ ਲੈ ਵੀ ਤੂੰ ਜਿਹੜਾ ਹੁਣ ਸ਼ਬਦ ਸੁਣਾ, ਅਤੇ ਜਿੰਨਾ ਚਿਰ ਪਹਿਲਾਂ ਉਹ ਉੱਥੋਂ ਤੱਕ ਪਹੁੰਚਿਆ ਨਾ ਹੋਵੇ ਉਹ ਨਹੀਂ ਕਰ ਸਕਦਾ। ਇਹ ਇੱਥੋਂ ਇਹ ਸਿੱਖਿਆ ਲੈ ਕੇ ਵੀ ਘੱਟ ਤੋਂ ਘੱਟ ਅਸੀਂ ਉਹ ਸਮਝਣ ਦੇ ਯੋਗ 'ਤੇ ਹੋ ਜਾਈਏ। ਜੇ ਸਮਝਣ ਯੋਗ ਹੋਵਾਂ ਤਾਂ ਫਿਰ ਅਸੀਂ ਉਹ ਗੱਲ ਕਰ ਸਕਾਂਗੇ। ਇੱਕ ਦੋ ਗੱਲਾਂ ਜਿਹੜੀਆਂ ਆਖੀਆਂ ਗਈਆਂ ਨੇ
ਸੰਤ ਵਰਿਆਮ ਸਿੰਘ ਹੋਰਾਂ ਨੇ ਵੀ ਉਹੀ ਗੱਲ ਆਖੀ ਹੈ ਕਿ ਜਿੰਨਾ ਚਿਰ ਆਦਮੀ ਦੇ ਵਿੱਚ ਹਉਮੈ ਨਹੀਂ ਜਾਂਦੀ ਉਹ ਆਦਮੀ ਸਤਿਗੁਰੂ ਦਾ ਹੁਕਮ ਨਹੀਂ ਮੰਨ ਸਕਦਾ। ਅੱਜ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਪਵਿੱਤਰ ਉਪਦੇਸ਼ ਤੁਸੀਂ ਸੁਣਿਆ ਸੀ ਵੀ ਹੁਕਮ ਮੰਨਿਆ, ਮੰਨ ਲਿਆ ਤੇ ਉਹਦੇ ਤੇ ਕਿੰਤੂ ਨਾ ਕੀਤਾ, ਪਰ ਦਿਲ ਵਿੱਚ ਇਹ ਗੱਲ ਆ ਗਈ ਵੀ ਇਹ ਗੱਲ ਠੀਕ ਨਹੀਂ, ਉਹ ਫਿਰ ਹੁਕਮ ਮੰਨਿਆ ਨਹੀਂ ਗਿਆ। ਅਸਰੀਵਾਰ 'ਚ ਰੋਜ਼ ਤੁਸੀਂ ਸੁਣਦੇ ਹੋ ਕਿ ਸੀਸ ਨਿਵਾਉਣਾ ਬਹੁਤ ਚੰਗੀ ਗੱਲ ਹੈ, ਪਰ ਜੇ ਅੰਦਰੋਂ ਨਹੀਂ ਨਿਵਾਉਂਦਾ ਤੇ ਫਿਰ ਸੀਸ ਨਿਵਾਇਆ ਕਿਆ ਥੀਆ ਜਾ ਹਿਰਦੈ ਸੁਧੇ ਜਾਏ। ਇਸ ਗੱਲ ਵਾਸਤੇ ਉਹਨਾਂ ਸਾਧੂਆਂ ਦੀ ਸੰਗਤ ਕੀਤੀ ਜਾਵੇ, ਉਹ ਪੁਸਤਕਾਂ ਪੜ੍ਹੀਆਂ ਜਾਣ ਜਿਨ੍ਹਾਂ ਵਿੱਚ ਇਹ ਗੱਲਾਂ ਲਿਖੀਆਂ ਹੋਣ। ਜਸ ਜੀਵਨ ਵਿੱਚ ਲਿਖਿਆ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਇੱਕ ਅਖੰਡ ਪਾਠ ਇਕੱਲੇ ਬੈਠ ਕੇ ਕਰਨ ਲੱਗੇ ਅਤੇ ਪਤਾ ਨਹੀਂ ਅੱਧ ਵਿੱਚ ਗਿਆ, ਕਿੱਥੇ ਗਿਆ, ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਕਿਸੇ ਹੋਰ ਪਾਠੀ ਨੂੰ ਬਿਠਾ ਕੇ ਅਤੇ ਸਤਿਗੁਰਾਂ ਨੂੰ ਉਠਾ ਲਿਆ ਵਿੱਚੋਂ। ਸਤਿਗੁਰਾਂ ਨੂੰ ਅਰਜ਼ੀ ਕੀਤੀ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਵੀ ਕੀ ਗੱਲ, ਅਤੇ ਸਤਿਗੁਰਾਂ ਨੇ ਆਖਿਆ ਵੀ ਇਹਨੂੰ ਹੰਕਾਰ ਹੋ ਜਾਣਾ ਸੀ ਵੀ ਮੈਂ ਇਕੱਲੇ ਨੇ ਪਾਠ ਕੀਤਾ। ਇੱਥੇ ਇੱਕ ਸੰਤ ਤੇਜਾ ਸਿੰਘ ਰੰਧਾਵੇ ਪਿੰਡ ਦਾ ਰਹਿਣ ਵਾਲਾ ਸੀ, ਸ਼ਾਇਦ ਗੁਰਾਇਆ ਕੋਲ ਜਾ ਕੇ ਇਸ ਪਾਸੇ ਪਿੰਡ ਹੈਗਾ ਉਹਦਾ, ਫਲਾਵਰ ਕੋਲ, ਅਤੇ ਉਹ ਜਾ ਕੇ ਨਾ ਕਾਲਜਾਂ ਸਕੂਲਾਂ ਵਿੱਚ ਭਾਂਡੇ ਮਾਂਜਦਾ ਸੀ। ਉਹਨੂੰ ਕਿਸੇ ਨੇ ਆਖਿਆ ਵੀ ਤੂੰ ਇੱਥੇ ਨਾਮਧਾਰੀ ਸੰਗਤ 'ਚ ਭਾਂਡੇ ਕਿਉਂ ਨਹੀਂ ਮਾਂਜਦਾ? ਆਂਦਾ ਇੱਥੇ ਭਾਂਡੇ ਮੈਂ ਇਸ ਵਾਸਤੇ ਨਹੀਂ ਮਾਂਜਦਾ, ਇੱਥੇ ਮੈਨੂੰ ਸੰਤ ਜੀ ਆਖ ਕੇ ਅਤੇ ਮੇਰਾ ਰਾਹ ਖਰਾਬ ਕਰ ਦਿੰਦੇ ਨੇ। ਇਹ ਗੱਲ ਆਖ ਲੈਣੀ ਬੜੀ ਸੌਖੀ ਹੈ, ਪਰ ਕਰਨੀ ਬਹੁਤ ਔਖੀ ਹੈ। ਜਦੋਂ 5, 7, 10 ਬੰਦੇ ਆ ਕੇ ਮੱਥਾ ਟੇਕਣ ਲੱਗ ਪੈਣ ਜਾਂ ਉਪਮਾ ਕਰਨ ਲੱਗ ਪੈਣ, ਫਿਰ ਉਸ ਆਦਮੀ ਦੀ ਹਾਲਤ ਜਾਂ ਸਤਿਗੁਰੂ ਜਾਣਦਾ ਅਤੇ ਜਾਂ ਉਹ ਹੀ ਜਾਣਦਾ ਜਿਹੜੀ ਉਹਦੀ ਹਾਲਤ ਹੁੰਦੀ ਹੈ। ਜਾਂ ਉਹਦੇ ਮੂੰਹ 'ਤੇ ਨਿੰਦਿਆ ਕਰਨ ਲੱਗ ਪੈਣ ਜਾਂ ਉਹਨੂੰ ਕੋਈ ਗਾਲ ਕੱਢਣ ਲੱਗ ਪਵੇ, ਉਹ ਵੀ ਉਹ ਸਮਾਂ ਉਹੀ ਜਾਣਦਾ। ਪਰ ਸਤਿਗੁਰਾਂ ਨੇ ਬਾਣੀ ਦੁਆਰਾ ਉਸਤਤ ਨਿੰਦਾ ਦੋਵੇਂ ਹੀ ਛੱਡਣ ਵਾਸਤੇ ਆਖਿਆ। ਇਹਨਾਂ ਤੋਂ ਬਚ ਕੇ ਆਪਣੇ ਰਾਹ 'ਤੇ ਆਦਮੀ ਸਫਲ ਹੋ ਸਕਦਾ। ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ। ਇਹ ਆਪਣੇ ਆਪ ਨੂੰ ਨਿਰਗੁਣ ਸਮਝਣਾ ਅਤੇ ਸਤਿਗੁਰੂ ਦੇ ਸਭ ਗੁਣ ਸਮਝਣੇ, ਇਹਦੇ ਵਿੱਚ ਹੀ ਬਹੁਤ ਵੱਡਾ ਰਹੱਸ ਹੈ। ਜੇ ਇਸ ਨੂੰ ਮਨੋਂ ਸੱਚੀ ਮੁੱਚੀ ਸਮਝ ਲਿਆ ਜਾਵੇ ਅਤੇ ਇਹ ਪੱਕੀ ਤਰ੍ਹਾਂ ਮਨ ਦੇ ਵਿੱਚ ਵਸ ਜਾਵੇ। ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਖੇਦ ਕਰਾਇਆ ਬਹੁਤ ਸੰਤਾਵੈ ਆਇਓ ਸ਼ਰਮ ਤੁਹਾਰੇ। ਇਹਦੇ ਵਿੱਚ ਸਤਿਗੁਰਾਂ ਨੇ ਹੁਕਮ ਦਿੱਤਾ ਹੈ ਪਹਿਲੋਂ ਨਾਮ ਲਿਆ ਜਾਵੇ, ਲੈ ਕੇ ਫਿਰ ਸਤਿਗੁਰੂ ਦੇ ਆਗਿਆ ਅਨੁਸਾਰ ਉਸ ਦੀ ਕਮਾਈ ਕੀਤੀ ਜਾਵੇ। ਕਮਾਇਆ ਹੋਇਆ ਚਮੜਾ ਜਿਹੜਾ ਹੈ ਉਹਨੂੰ ਬੜਾ ਚੰਗਾ ਸਮਝਿਆ ਜਾਂਦਾ ਕਿ ਉਹ ਵੱਧਦਾ ਘੱਟਦਾ ਨਹੀਂ, ਉਹਦੇ ਜੁੱਤੀਆਂ ਬਣਦੀਆਂ ਨੇ। ਪਰ ਕਮਾਈ ਵਿੱਚ ਉਹਦੇ ਵਿੱਚ ਕਿੰਨਾ ਕੁ ਉਸ ਚਮੜੇ ਨੂੰ ਸਹਿਣ ਕਰਨਾ ਪੈਂਦਾ ਇਹ ਤੁਸੀਂ ਸਭ ਜਾਣਦੇ ਹੋ। ਜਿਹੜੇ ਮਿਸਤਰੀ ਲੋਕ ਨੇ ਉਹ ਸਾਰੇ ਜਾਣਦੇ ਨੇ ਕਿ ਲੱਕੜ ਨੂੰ ਇੱਕ ਕਹਿੰਦੇ ਨੇ ਸੀਜ਼ਨ ਕੀਤਾ ਜਾਂਦਾ। ਮੈਂ ਉੱਥੇ ਅਫਰੀਕਾ 'ਚ ਵੇਖਿਆ ਸੀ ਸੀਜ਼ਨ ਕਰਦਿਆਂ ਨੂੰ। ਉਹ ਇੱਕ ਖਾਸ ਕਮਰੇ ਦੇ ਵਿੱਚ ਸਟੀਮ ਛੱਡ ਕੇ ਉਹ ਲੱਕੜਾਂ ਵਿੱਚ ਰੱਖ ਦਿੰਦੇ ਨੇ। ਉਹਨਾਂ ਲੱਕੜਾਂ 'ਚ ਬੜਾ ਪਾਣੀ ਪੂਣੀ ਕਈ ਕੁਛ ਨਿਕਲਦਾ। ਕਿੰਨੇ ਦਿਨਾਂ ਬਾਅਦ ਫਿਰ ਉਹ ਲੱਕੜ ਕੰਮ ਵਿੱਚ ਆਉਂਦੀ ਹੈ। ਤੁਸੀਂ ਅੱਜ ਹੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਸੁਣਿਆ ਸੀ। ਇੱਕ ਹਕੀਮ ਨੇ ਪਾਰਾ ਮਾਰ ਕੇ ਅਤੇ ਉਹਦੀ ਨੁਮਾਇਸ਼ ਕੀਤੀ। ਇੱਕ ਰੱਤੀ ਪਾਰਾ ਪਾਇਆ, ਉਹਦੀ ਸਵਾਹ ਜਿਹੜੀ ਸੀ ਪਾਈ ਪਾਣੀ ਦੇ ਉੱਤੇ, ਤਿਰਵਰਾ ਜਿਹਾ ਬਣਿਆ ਹੋਇਆ। ਉਹਨੇ ਇੱਕ ਰੱਤੀ ਨੇ 5 ਸਿਰ ਪੱਕਾ ਵੱਟਾ ਚੁੱਕ ਲਿਆ। ਇਸ ਤਰ੍ਹਾਂ ਹੀ ਇੱਕ ਹਕੀਮ ਨੇ ਫੌਲਾਦ ਜਿਹੜਾ ਸੀ ਉਹਨੂੰ ਕਮਾ ਕੇ ਇੱਕ ਰੱਤੀ ਪਾਇਆ ਅਤੇ ਉਹਨੇ ਵੀ 5 ਸਿਰ ਪੱਕਾ ਵੱਟਾ ਚੁੱਕ ਲਿਆ। ਵੱਟਾ ਚੁੱਕ ਲਿਆ ਤਾਂ ਬਹੁਤ ਚੰਗੀ ਗੱਲ ਹੈ, ਪਰ ਉਹਦੀ ਕਮਾਈ ਦੇ ਵਿੱਚ ਉਹਦਾ ਕੀ ਹਾਲ ਹੋਇਆ, ਕਿੰਨੀਆਂ ਅੱਗਾਂ ਉਹਨੂੰ ਦਿੱਤੀਆਂ ਗਈਆਂ, ਕਿੰਨੀ ਵਾਰੀ ਉਹਨੂੰ ਰਗੜਿਆ ਗਿਆ, ਘਸਾਇਆ ਗਿਆ, ਅਤੇ ਉਹਨੇ ਅੱਗੋਂ ਇਹ ਨਹੀਂ ਆਖਿਆ ਵੀ ਮੈਨੂੰ ਇਸ ਤਰ੍ਹਾਂ ਨਾ ਕਰ। ਤਾਂ ਉਸਨੇ ਇਸ ਪਦਵੀ ਨੂੰ ਪ੍ਰਾਪਤ ਕੀਤਾ। ਪਾਣੀ ਵਿੱਚ ਇੱਕ ਤੁਕ ਆਉਂਦੀ ਹੈ, ਬੁਝ ਗਈ ਆਗ ਨਾ ਨਿਕਸਿਓ ਧੂੰਆਂ। ਅੱਗ ਬੁਝ ਜਾਏ ਅਤੇ ਧੂੰਆਂ ਨਾ ਨਿਕਲੇ। ਨਹੀਂ ਤਾਂ ਆਦਮੀ ਦਾ ਧੂੰਆਂ ਇਸ ਤਰ੍ਹਾਂ ਨਿਕਲਣ ਲੱਗ ਪੈਂਦਾ ਵੀ ਮੈਂ ਇੰਨਾ ਚਿਰ ਕਮਾਈ ਕੀਤੀ, ਸੇਵਾ ਕੀਤੀ ਇੱਥੇ, ਅਤੇ ਮੈਨੂੰ ਇੱਕ ਸ਼ਹਿਰਾ ਹੀ ਨਹੀਂ ਸੀ ਮਿਲ ਸਕਦਾ।
ਉਹ ਧੂੰਆਂ ਜਿਹੜਾ ਉਹ ਨਿਕਲਣੋਂ ਹਟ ਜਾਂਦਾ। ਉਸ ਵੇਲੇ ਉਸ ਦੀ ਕਮਾਈ 'ਚ ਬਰਕਤ ਪੈਂਦੀ ਹੈ, ਅਤੇ ਉਹਦਾ ਕਮਾਇਆ ਹੋਇਆ ਜਿਹੜਾ ਸਰੀਰ ਹੈ ਉਹ ਸਮਝਿਆ ਜਾਣਾ ਚਾਹੀਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਬਾਰ ਇਹਦੇ ਵਾਸਤੇ ਹੁਕਮ ਦਿੱਤਾ ਉਹਨਾਂ ਨੇ। ਬਾਣੀ ਵੀ ਤੁਸੀਂ ਹੁਣੇ ਸੁਣਿਆ ਹੀ ਸੀ ਕਿ ਹਮੇ ਦੀਰਘ ਰੋਗ ਹੈ। ਦੀਰਘ ਰੋਗ ਕੀ ਹੈ? ਜਿਹਨੂੰ ਆਉਂਦੇ ਨੇ ਵੱਡਾ ਰੋਗ। ਵੱਡਾ ਰੋਗ ਕੋਹੜ ਨੂੰ ਆਉਂਦੇ ਨੇ। ਇਹ ਅਕਾਲ ਪੁਰਖ ਨੇ ਇਸ ਦਾ ਇਮਤਿਹਾਨ ਲੈਣ ਵਾਸਤੇ ਹਉਮੈ ਰੋਗ ਮਾਨਵ ਕੋ ਦੀਨਾ ਇਹ ਬੰਦੇ ਨੂੰ ਦੇ ਦਿੱਤਾ ਹੈ। ਜਿਸ ਤਰ੍ਹਾਂ ਤੁਸੀਂ ਕਾਲਜਾਂ ਸਕੂਲਾਂ 'ਚ ਪੜ੍ਹਦੇ ਹੋ, ਤੁਹਾਡੇ ਇਮਤਿਹਾਨ ਹੁੰਦੇ ਨੇ, ਉਹ ਸਾਰੇ ਮਜ਼ਮੂਨ ਤੁਹਾਨੂੰ ਯਾਦ ਕਰਨੇ ਪੈਂਦੇ ਨੇ। ਕਈ ਅਮਲੀ ਤੌਰ 'ਤੇ ਦਵਾਈਆਂ ਬਣਾ ਕੇ ਜਾਂ ਕਿਸੇ ਚੀਜ਼ ਨਾਲ ਉਹ ਸਾਹਮਣੇ ਕਰਦੇ ਨੇ ਸਾਇੰਸ ਦੇ ਵਿੱਚ, ਉਹਦੇ ਵਿੱਚੋਂ ਲੰਘਣਾ ਪੈਂਦਾ ਤਾਂ ਉਹ ਆਪਣੇ ਇਮਤਿਹਾਨ ਵਿੱਚ ਸਫਲ ਹੁੰਦਾ। ਤੁਸੀਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਸੁਣਿਆ ਬਈ ਜਿਸ ਵੇਲੇ ਅਰਜਨ ਸਿੱਖਿਆ ਪ੍ਰਾਪਤ ਕਰਦਾ ਸੀ ਧਨਿਸ਼ ਦੀ, ਬਾਕੀ ਸ਼ਾਗਿਰਦਾਂ ਦੇ ਨਾਲ ਉਹਨੂੰ ਸੱਦਿਆ ਗਿਆ। ਸੱਦ ਕੇ ਤੇ ਉਹਨੂੰ ਸਾਰੇ ਸ਼ਾਗਿਰਦਾਂ ਨੂੰ ਪੁੱਛੀ ਗਏ ਕਿ ਦਰਖਤ ਦੇ ਉੱਤੇ ਇੱਕ ਰੂਹ ਦਾ ਜਾਨਵਰ ਬਣਾ ਕੇ ਰੱਖਿਆ ਸੀ, ਤੁਹਾਨੂੰ ਜਾਨਵਰ ਦਿਸਦਾ? ਹਾਂਜੀ ਦਿਸਦਾ ਹੈ। ਉਹ ਦਰਖਤ ਦਿਸਦਾ ਹੈ? ਦਿਸਦਾ ਹੈ। ਉਹ ਕੁੱਤਾ ਖੜਾ ਦਿਸਦਾ? ਦਿਸਦਾ ਹੈ। ਅਖੇ ਪਿੱਛੇ ਹਟ ਜਾ। ਇਸ ਤਰ੍ਹਾਂ ਪੁੱਛੀ ਗਏ ਸਾਰੇ ਸ਼ਾਗਿਰਦਾਂ ਨੂੰ, ਪਿੱਛੇ ਹਟਾਉਂਦੇ ਗਏ। ਜਿਸ ਵੇਲੇ ਅਰਜਨ ਦੀ ਵਾਰੀ ਆਈ ਤੇ ਉਹਨੂੰ ਪੁੱਛਿਆ ਵੀ ਤੈਨੂੰ ਜਾਨਵਰ ਦਿਸਦਾ? ਉਹਨੇ ਆਖਿਆ ਦਿਸਦਾ ਹੈ। ਉਹਨੇ ਆਖਿਆ ਦਰਖਤ ਦਿਸਦਾ? ਆਂਦਾ ਨਹੀਂ ਦਿਸਦਾ। ਕਹਿੰਦਾ ਮਾਰ ਨਿਸ਼ਾਨਾ। ਬਾਣੀ ਵਿੱਚ ਸਤਿਗੁਰਾਂ ਨੇ ਹੁਕਮ ਦਿੱਤਾ ਹੈ, ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ, ਇੱਕ ਸਹਿ ਦੀ ਸਾਮਗਰੀ ਇੱਕ ਸਹਿ ਦੀ ਹੈ ਰੀਤ, ਇਕਸ ਸਿਓ ਮਨ ਮਾਨਿਆ ਤਾ ਹੋਆ ਨਿਸ਼ਚਲ ਚੀਤ। ਇੱਕ ਪਾਸੇ ਸਤਿਗੁਰੂ ਵਾਲੇ ਪਾਸੇ ਧਿਆਨ ਰਵੇ। ਧੱਕੇ ਤੇ ਵੱਜਦੇ ਨੇ, ਪਵਨ ਝੁਲਾਰੇ ਮਾਇਆ ਦੇ, ਹਰ ਕੇ ਭਗਤ ਸਦਾ ਥਿਰ ਸੇ। ਹਵਾਈ ਜਹਾਜ਼ ਤੁਸੀਂ ਵੇਖਦੇ ਹੋ ਚੱਲਦਾ ਹੈ, ਉਹਦੇ ਵਿੱਚ ਇੱਕ ਆਲਾ ਲੱਗਾ ਐਸਾ ਜਿਹੜਾ ਉਹਦੀ ਸੇਧ ਨੂੰ ਸੈੱਟ ਕਰ ਦਿੰਦਾ, ਪੱਕਿਆ ਕਰ ਦਿੰਦਾ ਇੱਕ ਥਾਂ। ਉਹਦਾ ਮੂੰਹ ਇੱਕ ਪਾਸੇ ਹੁੰਦਾ, ਉਧਰ ਨੂੰ ਉਹ ਜਾਂਦਾ। ਕਈ ਵਾਰ ਇਸ ਤਰ੍ਹਾਂ ਹੁੰਦਾ ਹਵਾ ਆ ਕੇ ਉਹਨੂੰ ਧੱਕ ਕੇ ਥੋੜ੍ਹੀ ਜਿਹੀ ਖੱਬੇ ਥੋੜ੍ਹੀ ਜਿਹੀ ਸੱਜੇ ਇਸ ਤਰ੍ਹਾਂ ਕਰੀ ਜਾਂਦੀ ਹੈ, ਪਰ ਉਹਦਾ ਮੂੰਹ ਸਿੱਧਾ ਹੁੰਦਾ। ਜੇ ਥੋੜ੍ਹਾ ਬੜਾ ਢੇਰ ਵੀ ਲੱਗ ਜਾਏ ਤਾਂ ਪਹੁੰਚੇਗਾ ਉੱਥੇ ਜਿੱਥੇ ਨੂੰ ਉਹਦਾ ਮੂੰਹ ਹੈ। ਤੁਹਾਡੇ ਸਾਹਮਣੇ ਮਿਸਾਲ ਹੈ ਕਿ ਤੁਸੀਂ ਲਿਫਾਫੇ ਦੇ ਉੱਤੇ ਨਾਮ ਲਿਖ ਕੇ, ਪਤਾ ਪੂਰਾ ਲਿਖ ਕੇ, ਸਹੀ ਪਤਾ ਲਿਖਿਆ ਹੋਵੇ ਤਾਂ ਲਿਫਾਫੇ ਨੂੰ ਚੁੱਕ ਕੇ ਉਹ ਨਾਮ ਲੈ ਜਿਹੜਾ ਨਾ ਜਿੱਥੋਂ ਦਾ ਲਿਖਿਆ ਹੁੰਦਾ ਉੱਥੇ ਲੈ ਜਾਂਦਾ। ਜੇ ਸਤਿਗੁਰੂ ਕਿਰਪਾ ਕਰੇ, ਕਲਮ ਸਾਜਨੀ ਕਿਆ ਸਦਾਈ ਹੈ, ਹਿਰਦਾ ਹੀ ਲਿਖ ਲਿਓ। ਸਾਡੇ ਹਿਰਦੇ 'ਤੇ ਉਹ ਲਿਖਿਆ ਹੋਵੇ ਤਾਂ ਸਾਨੂੰ ਵੀ ਚੁੱਕ ਕੇ ਉੱਥੇ ਲੈ ਜਾਏਗਾ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਪ੍ਰਮਾਣ ਦਿੱਤਾ। ਇੱਕ ਸਿੱਖ ਨੇ ਲਿਆ ਕੇ ਇੱਕ ਜਾਨਵਰ ਜਿਹੜਾ ਆਕਾਸ਼ ਵਿੱਚ ਹੀ ਰਹਿੰਦਾ ਉਹਦਾ ਖੰਭ ਲਿਆ ਕੇ ਦਿੱਤਾ। ਸਤਿਗੁਰਾਂ ਨੇ ਉਹ ਤੀਰ ਦੇ ਨਾਲ ਬੰਨ੍ਹ ਕੇ ਤੇ ਚਲਾਇਆ। ਉਹ ਤੀਰ ਵਾਪਸ ਨਹੀਂ ਆਇਆ। ਸਤਿਗੁਰਾਂ ਨੇ ਪੁੱਛਿਆ ਕਿੱਥੇ ਗਿਆ ਤੀਰ? ਪਤਾ ਨਹੀਂ। ਉਹਨੇ ਆਖਿਆ ਜਿਸ ਦੇਸ਼ ਦਾ ਉਹ ਖੰਭ ਸੀ ਨਾ ਉੱਥੇ ਤੀਰ ਚਲਾ ਗਿਆ। ਇਸੇ ਤਰ੍ਹਾਂ ਹੀ ਸਤਿਗੁਰੂ ਦਾ ਨਾਮ ਹੈ, ਉਹ ਸਾਡੇ 'ਚ ਲਿਖਿਆ ਹੋਵੇ ਤਾਂ ਸਾਨੂੰ ਸਤਿਗੁਰੂ ਦੇ ਕੋਲ ਹੀ ਲੈ ਕੇ ਜਾਏਗਾ, ਹੋਰ ਕਿਸੇ ਪਾਸੇ ਨਹੀਂ ਜਾ ਸਕਦਾ। ਪਰ ਉਹ ਜਿਹੜੀ ਇੱਕ ਸ਼ਰਤ ਰੱਖਤੀ ਹੈ ਨਾ, ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ, ਇੱਕ ਸਹਿ ਦੀ ਸਾਮਗਰੀ ਸਹਿ ਦੀ ਹੈ ਰੀਤ, ਇਕਸ ਸਿਓ ਮਨ ਮਾਨਿਆ ਤਾ ਹੋਆ ਨਿਸ਼ਚਲ ਚੀਤ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਤੁਸੀਂ ਸੁਣਦੇ ਹੋ ਬਈ ਇੱਕ ਕਾਲੇ ਕੱਪੜੇ ਪਾ ਕੇ ਆ ਗਿਆ, ਇੱਕ ਪੀਲੇ ਪਾ ਕੇ ਆ ਗਿਆ, ਇੱਕ ਭਗਵੇ ਪਾ ਕੇ ਆ ਗਿਆ, ਇੱਕ ਚਿੱਟੇ ਪਾ ਕੇ ਆ ਗਿਆ, ਅਤੇ ਉਹ ਸਾਰਿਆਂ ਵੱਲ ਧਿਆਨ ਉਹਦਾ ਗਿਆ ਅਤੇ ਇੱਕ ਥਾਂ ਨਾ ਖਲੋਤਾ ਗਿਆ। ਉਹ ਫਿਰ ਕਿਸੇ ਮੰਜ਼ਿਲ 'ਤੇ ਆਦਮੀ ਨਹੀਂ ਪਹੁੰਚਦਾ। ਇਹਨਾਂ ਨੇ ਇੱਕ ਆਦਮੀ ਨੂੰ ਤੇਹ ਲੱਗ ਗਈ। ਤੇਹ ਲੱਗ ਗਈ ਅਤੇ ਉਹਨੇ ਪੁੱਛਿਆ ਪਾਣੀ ਕਿਸ ਤਰ੍ਹਾਂ ਪੀਆਂ? ਉਹਨੇ ਆਖਿਆ ਪਾਣੀ ਤਾਂ ਜ਼ਮੀਨ ਸਾਰੀ ਧਰਤੀ ਦੇ ਥੱਲੇ ਹੈਗਾ, ਜਿੱਥੋਂ ਮਰਜ਼ੀ ਪਾਣੀ ਪੀ ਲੈ। ਉਹਨੇ ਕਹੀ ਫੜੀ ਅਤੇ ਪਾਣੀ ਉਹ ਜ਼ਮੀਨ ਪੁੱਟਣ ਲੱਗ ਪਿਆ। ਪੁੱਟਦਾ ਪੁੱਟਦਾ ਥੱਕ ਗਿਆ। ਉਹਨੇ ਆਖਿਆ ਇੱਥੇ ਨਹੀਂ ਮਿਲਿਆ, ਥੋੜ੍ਹਾ ਜਿਹਾ ਗਾਂਹ ਹੋ ਕੇ ਫਿਰ ਪੁੱਟਣ ਲੱਗ ਪਿਆ, ਥੋੜ੍ਹਾ ਜਿਹਾ ਗਾਂਹ ਹੋ ਕੇ ਫਿਰ ਪੁੱਟਣ। ਇਸੇ ਤਰ੍ਹਾਂ ਹੀ ਉਹਦੀ ਉਮਰ ਲੰਘ ਗਈ ਅਤੇ ਪਾਣੀ ਨਹੀਂ ਮਿਲਿਆ ਕਿਤੋਂ। ਸੋ ਸਤਿਗੁਰਾਂ ਦੇ ਉਪਦੇਸ਼ ਤੁਸੀਂ ਬਾਰ ਸੁਣਦੇ ਹੋ ਕਿ ਜਿਸ ਵੇਲੇ ਅੱਜ ਸੰਤ ਵਰਿਆਮ ਸਿੰਘ ਹੋਰਾਂ ਨੇ ਵੀ ਤੁਹਾਨੂੰ ਪੜ੍ਹ ਕੇ ਸੁਣਾਇਆ ਸੀ, ਗੁਰ ਕੀ ਮੂਰਤ ਮਨ ਮੈਂ ਧਿਆਨ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਵੀ
ਤੁਸੀਂ ਸੁਣਦੇ ਹੋ ਕਿ ਜਦੋਂ ਭਜਨ ਕਰੋ ਸਤਿਗੁਰੂ ਦੀ ਮੂਰਤੀ ਆਪਣੇ ਅੰਦਰ ਵਸਾ ਕੇ ਕਰੋ। ਪਰ ਸਾਡੇ ਅੰਦਰ ਤੇ ਹੋਰ ਬੜਾ ਕੁਝ ਹੁੰਦਾ ਹੈ, ਮੂਰਤੀ ਲੰਘਣ ਨੂੰ ਥਾਂ ਨਹੀਂ ਹੁੰਦਾ ਉੱਥੇ। ਆਸਰੀ ਵਾਰ 'ਚ ਰੋਜ਼ ਤੁਸੀਂ ਸੁਣਦੇ ਹੋ, ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਇੱਕ ਘੜੇ ਵਿੱਚ ਮਿੱਟੀ ਪਈ ਹੈ ਅਤੇ ਆਖੋ ਸ਼ੱਕਰ ਪਾ ਦਈਏ, ਜਿੰਨਾ ਚਿਰ ਮਿੱਟੀ ਬਾਹਰ ਕੱਢ ਕੇ ਸਾਫ਼ ਨਹੀਂ ਕਰੋਗੇ ਉਹਨਾਂ ਚਿਰ ਉਹਦੇ ਸ਼ੱਕਰ ਨਹੀਂ ਪਾ ਸਕਦੇ। ਮੈਂ ਅੱਗੇ ਵੀ ਤੁਹਾਨੂੰ ਸ਼ਾਇਦ ਅਰਜ਼ ਕੀਤੀ ਹੋਵੇ, ਇੱਕ ਸੰਤ ਰੁਲਦੂ ਸਿੰਘ ਹੋਰੀ ਹੋਏ ਨੇ ਸਵਾਜਪੁਰ ਦੇ, ਪਾਕਿਸਤਾਨ 'ਚ ਰਹਿ ਗਿਆ ਪਿੰਡ। ਉਹਨਾਂ ਨੂੰ ਲੱਗਣ ਲੱਗੇ ਕਿ ਮੈਂ ਭਜਨ ਲਵਾਂ, ਜਿਹੜਾ ਤੱਥ ਹੈ ਇਸ ਸੰਸਾਰ ਦੇ ਉੱਤੇ ਉਹ ਪ੍ਰਾਪਤ ਕਰਾਂ, ਸੰਸਾਰ ਸਾਗਰ ਤੋਂ ਪਾਰ ਹੋਵਾਂ। ਉਹ ਸੰਤ ਜਮੀਤ ਸਿੰਘ ਹੋਰੀ ਗਿੱਲਾਂ ਵਾਲੇ ਸਨ, ਉਹਨਾਂ ਕੋਲ ਗਏ ਅਤੇ ਉਹਨਾਂ ਨੇ ਆਖਿਆ ਵੀ ਮੈਨੂੰ ਨਾਮ ਦੀ ਪ੍ਰਾਪਤੀ ਹੋਵੇ। ਉਹਨਾਂ ਨੇ ਆਖਿਆ ਵੀ ਤੂੰ 1 ਸਾਲ ਭਰ, ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ, 1 ਸਾਲ ਭਰ ਇਸ਼ਨਾਨ ਕਰਕੇ ਰੋਜ਼ ਅੰਦਰ ਬੈਠ ਜਾ ਕਰ, ਆਪੇ ਤੈਨੂੰ ਨਾਮ ਮਿਲੇਗਾ। ਸਾਧ ਸੰਗਤ ਜੀ, ਇਹ ਗੱਲ ਸੁਣ ਕੇ ਹੀ ਆਦਮੀ ਸੋਚਦਾ ਵੀ ਮੈਂ ਸਾਲ ਭਰ ਕੀ ਕਰਾਂਗਾ ਬਹਿ ਕੇ, ਬੱਚੇ ਭੁੱਖੇ ਮਰ ਜਾਣਗੇ। ਇੱਕ ਮੈਨੂੰ ਗੱਲ ਵਿੱਚ ਯਾਦ ਆ ਗਈ ਹੈ, ਮੈਂ ਭੁੱਖੇ ਮਰਨ ਦੀ ਗੱਲ ਯਾਦ ਆ ਗਈ। 7ਵੇਂ ਪਾਤਸ਼ਾਹ ਵੇਲੇ ਇੱਕ ਸਿੱਖ ਨੂੰ ਸਤਿਗੁਰਾਂ ਨੇ ਹੁਕਮ ਦਿੱਤਾ ਵੀ ਤੂੰ ਕਿਸੇ ਲੰਗਰ 'ਚ ਸੇਵਾ ਕਰ ਆ ਕੇ। ਉਹ ਆਂਦਾ ਮੇਰੇ 6 ਜਾਂ 7 ਜੀ ਨੇ, ਮੈਂ ਇਕੱਲਾ ਕਮਾ ਕੇ ਉਹਨਾਂ ਨੂੰ ਖਵਾਉਣਾ, ਉਹ ਤਾਂ ਭੁੱਖੇ ਮਰ ਜਾਣਗੇ, ਮੈਂ ਤਾਂ ਨਹੀਂ ਆ ਸਕਦਾ। ਸਤਿਗੁਰਾਂ ਨੇ ਹੁਕਮ ਦਿੱਤਾ ਤੂੰ ਇਸ ਤਰ੍ਹਾਂ ਕਰ, ਆਹ ਚਿੱਠੀ ਸਾਡੀ ਲੈ ਜਾ, ਕਾਬਲ ਵਿੱਚ ਜਾਂ ਪਤਾ ਨਹੀਂ ਕਿੱਥੇ ਲਿਖਿਆ, ਮੈਨੂੰ ਚੇਤਾ ਭੁੱਲ ਗਿਆ, ਭਈ ਉੱਥੇ ਆ ਚਿੱਠੀ ਸਾਡੀ ਫਲਾਣੇ ਸਿੱਖ ਨੂੰ ਦੇ ਦੀ ਜਾ ਕੇ ਤੂੰ। ਸਾਧ ਸੰਗਤ ਜੀ, ਚਿੱਠੀ ਲੈ ਕੇ ਉੱਥੇ ਚਲਾ ਗਿਆ। ਜਿਸ ਵੇਲੇ ਚਲਾ ਗਿਆ ਤੇ ਉਹਨਾਂ ਉੱਥੇ ਚਿੱਠੀ 'ਤੇ ਹੁਕਮ ਦਿੱਤਾ ਸੀ ਸਤਿਗੁਰਾਂ ਨੇ ਕਿ ਇਹ ਜਿਸ ਵੇਲੇ ਆ ਜਾਏ ਨਾ, ਇਹਨੂੰ ਅੰਦਰ ਦੇ ਰਹੇ 6 ਮਹੀਨੇ ਨਹੀਂ ਛੱਡਣਾ ਇਹਨੂੰ। ਅਤੇ ਉਹ ਜਿਸ ਵੇਲੇ ਉਹਨਾਂ ਨੇ ਆਖਿਆ ਵੀ ਆਹ ਹੁਕਮ ਹੈ, ਉਹ ਆਂਦਾ ਮੇਰੇ ਤਾਂ ਬੱਚੇ ਭੁੱਖੇ ਮਰ ਜਾਣਗੇ। ਉਹਨਾਂ ਕਿਹਾ ਤੂੰ ਇਹ ਦੱਸ ਸਿੱਖਾ ਵੀ ਤੇਰਾ ਹੁਕਮ ਮੰਨੀਏ ਕਿ ਆਪਣੇ ਗੁਰੂ ਦਾ ਮੰਨੀਏ। ਜੇ ਤਾਂ ਅੱਜ ਵਰਗਾ ਹੁੰਦਾ ਫਿਰ ਤਾਂ ਆਉਂਦਾ ਜੇ ਤੁਸੀਂ ਪੁੱਛ ਹੀ ਲਿਆ ਤੁਹਾਨੂੰ ਮੇਰੀ ਗੱਲ ਮੰਨੋ ਤੁਸੀਂ। ਪਰ ਉਹ ਉਸ ਵੇਲੇ ਜਿਹੜਾ ਨਿਸ਼ਚੇ ਵਾਲਾ ਸੰਤ ਬਰਿਆਮ ਸਿੰਘ ਨੇ ਤੁਹਾਨੂੰ ਬਾਰ-ਬਾਰ ਇਹ ਆਖਿਆ ਵੀ ਜਿਹੜਾ ਨਿਸ਼ਚਾ ਨਹੀਂ ਨਾ ਗੁਰੂ 'ਤੇ, ਉਹ ਕਦੇ ਨਹੀਂ ਤਰ ਸਕਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਤੁਸੀਂ ਸੁਣਦੇ ਹੋ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੱਖ ਸ਼ਬਦ ਪੜ੍ਹਦੇ ਸਨ, ਉੱਥੇ ਚਲੇ ਗਏ ਅਤੇ ਸ਼ਬਦ ਪੜ੍ਹਦੇ ਸਨ, ਸਤਿਗੁਰ ਤਾਰਨਗੇ ਅਤੀਤ। ਸਤਿਗੁਰਾਂ ਨੇ ਉਹਨਾਂ ਨੇ ਬੰਦ ਕਰਕੇ ਨਾ ਸ਼ਬਦ, ਉਹਨਾਂ ਨੂੰ ਆਖਿਆ ਨਾ ਭਾਈ ਤਾਰੇਗੀ ਪ੍ਰਤੀਤ। ਤੋ ਉਹ ਸਿੱਖ ਨੂੰ ਹੁਕਮ ਹੋ ਗਿਆ, ਉਹਨੇ ਆਖਿਆ ਜੀ ਮੈਨੂੰ ਜਿਸ ਤਰ੍ਹਾਂ ਸਤਿਗੁਰਾਂ ਦਾ ਹੁਕਮ ਉਸ ਤਰ੍ਹਾਂ ਕਰੋ। ਉਹਨੂੰ ਅੰਦਰ ਦੇ ਦਿੱਤਾ। ਅੰਦਰ ਦੇ ਦਿੱਤਾ ਅਤੇ ਜਦੋਂ ਉਹਦੀ ਔਤ ਪੁੱਜ ਗਈ ਤਾਂ ਉਹਨੂੰ ਛੁੱਟੀ ਦੇ ਦਿੱਤੀ। ਜਦੋਂ ਵਾਪਸ ਘਰ ਆਇਆ ਤਾਂ ਇਹ ਹੀ ਸੋਚਦਾ ਆਇਆ ਵੀ ਮੇਰੇ ਪਰਿਵਾਰ ਦੇ ਜੀ ਦੇ ਭੁੱਖੇ ਮਰ ਗਏ ਹੋਣਗੇ। ਇੱਧਰ ਪਿੱਛੇ ਭਾਣਾ ਇਹ ਵਰਤਾਇਆ ਸਤਿਗੁਰਾਂ ਨੇ, ਉਸ ਘਰ ਦੇ 50 ਉਸ ਮੁਹੱਲੇ ਦੇ 50 ਘਰ ਲਿਖੇ ਨੇ ਉੱਥੇ। ਉਹਨਾਂ 50 ਘਰਾਂ ਨੇ ਇੱਕ ਸੇਰ ਆਟਾ ਲੈ ਕੇ ਨਾ ਤੇ ਉਹਦੇ ਪਰਿਵਾਰ ਦੇ ਦਿੱਤਾ ਵੀ ਉਹ ਤੁਰ ਗਿਆ, ਹੁਣ ਉਹ ਭੁੱਖਾ ਨਾ ਮਰੇ। ਉੱਥੇ ਇੱਕ ਸੇਠ ਨੇ ਫੈਕਟਰੀ ਲਾਤੀ ਅਤੇ ਉਹ ਸਾਰੇ ਮੁੰਡੇ ਜਿਹੜੇ 6-7 ਜੀ ਸਨ ਉਹ ਉੱਥੇ ਕੰਮ ਕਰਨ ਲੱਗ ਪਏ, ਉਹ ਕਮਾਈ ਕਰਨ ਲੱਗ ਪਏ। ਅੱਜ ਹੋਰ ਕੱਲ੍ਹ ਹੋਰ, ਜਦੋਂ 6 ਮਹੀਨੇ ਬਾਅਦ ਆਇਆ ਤਾਂ ਉਹਦੇ ਆਉਂਦਿਆਂ ਨੂੰ ਕੋਠੇ ਪੱਕੇ, ਸਾਰਾ ਕੁਛ ਵਧੀਆ ਬਣਿਆ, ਰੋਟੀ ਵਧੀਆ ਬਣੀ ਉਹਦੀ। ਜਿਸ ਵੇਲੇ ਉਹ ਆਇਆ ਨਾ ਤੇ ਨਿਆਣਿਆਂ ਨੇ ਵੇਖਿਆ ਵੀ ਉਹ ਆ ਗਿਆ ਤੇ ਭੱਜ ਉੱਠੇ। ਕਿਹੜੀ ਗੱਲ ਭੱਜ ਉੱਠੇ? ਆਂਦੇ ਉਹ ਆ ਗਿਆ ਜਿਹਦੇ ਹੁੰਦੇ ਅਸੀਂ ਭੁੱਖੇ ਮਰਦੇ ਸਾਂ, ਅਸੀਂ ਮਹਾਂ ਬਚੇ ਹਾਂ ਪਿੱਛੋਂ। ਸੋ ਤੇ ਸੰਤ ਮਿੱਤ ਸਿੰਘ ਉਹਨਾਂ ਨੇ ਆਖਿਆ ਵੀ ਸਾਲ ਭਰ ਅੰਦਰ ਬੈਠ, ਤੈਨੂੰ ਭਜਨ ਕਰਨ ਦੇ, ਤੈਨੂੰ ਆਪੇ ਭਜਨ ਮਿਲੇਗਾ। ਇਹ ਗੱਲ ਸੁਣ ਕੇ ਆਦਮੀ ਕਿੰਨਾ ਸੋਚਦਾ। ਅਸੀਂ ਆਪਣੇ ਮਨ 'ਚ ਸੋਚੀਏ, ਜਿਹੜੇ ਨੂੰ ਲੋੜ ਹੈ ਨਾ ਉਹ ਤਾਂ ਖਰੇ ਕਿੰਨੇ ਸਾਲ ਹੀ ਬਹਿ ਜਾਣ। ਜੇ ਕਿਸੇ ਨੂੰ ਆਖਦੇ ਤੈਨੂੰ $10 ਲੱਖ ਮਿਲ ਜਾਏਗਾ, ਤੂੰ 5 ਸਾਲ ਬਹਿ ਇੱਥੇ, ਤਾਂ ਉਹ ਜ਼ਰੂਰ ਬਹਿ ਜਾਏਗਾ, ਮਿਲੇ ਭਾਵੇਂ ਨਾ ਮਿਲੇ। ਕਿਉਂਕਿ ਮਾਇਆ ਕੀ ਸ਼ੋਭਾ 4 ਦਿਹਾੜੇ, ਚਾਹੇ ਇਹਨੂੰ ਧਨ ਜੋਬਨ ਆ ਕੀ ਛਾਇਆ ਲਿਖਿਆ। ਉਹ ਫਿਰ ਸਾਲ ਭਰ ਸਾਧ ਸੰਗਤ ਦੀ ਬੈਠਦਾ ਰਿਹਾ, ਉਹਨੂੰ ਨਹੀਂ ਪ੍ਰਾਪਤੀ ਹੋਈ। ਪਰ ਫਿਰ ਉਹ ਲੜਿਆ ਨਹੀਂ ਜਾ ਕੇ, ਉਹਨੇ ਫਿਰ ਜਾ ਕੇ ਅਰਜ਼ ਕੀਤੀ, ਮਹਾਰਾਜ ਕੋਈ ਲੋੜ ਸੀ ਉਹਨੂੰ, ਭਈ ਕਿਰਪਾ ਕਰੋ ਮੈਨੂੰ ਨਹੀਂ ਕੁਛ ਪ੍ਰਾਪਤ ਹੋਇਆ। ਉਹਨਾਂ ਆਖਿਆ ਸਾਲ ਭਰ ਹੋਰ ਬੈਠ ਜਾ ਕੇ। ਸਾਧ ਸੰਗਤ ਜੀ ਸਾਲ ਭਰ ਫਿਰ ਬੈਠਾ, ਫਿਰ ਪ੍ਰਾਪਤੀ ਨਾ ਹੋਈ। ਲੰਬੀ ਗੱਲ ਨਹੀਂ ਕਰਦੇ ਆਪਾਂ। ਤੀਸਰੇ ਸਾਲ ਫਿਰ ਉਹਨਾਂ ਨੂੰ ਆਖਿਆ ਵੀ ਸਾਲ ਭਰ ਬੈਠ। ਫਿਰ ਸਾਲ ਭਰ ਬੈਠਣ ਵਾਸਤੇ ਉਹ ਚਲਾ ਗਿਆ। ਕੁਛ ਦਿਨਾਂ ਬਾਅਦ ਉਹ ਦਰਵਾਜ਼ੇ ਬੰਦ ਨੇ। ਸੰਤ ਜਮੀਤ ਸਿੰਘ ਜੀ ਗਿੱਲਾਂ ਵਾਲੇ ਜਿਹੜੇ ਨਾ, ਉਹ ਅੰਦਰ ਆ ਗਏ ਨੇ। ਕਿਸ ਤਰ੍ਹਾਂ ਅੰਦਰ ਆ ਗਏ ਨੇ? ਜਿਸ ਤਰ੍ਹਾਂ ਲਿਖਿਆ ਨਾ, ਮਲਕਲ ਮੌਤ ਜਾਂ ਆਪ ਸੀ ਸਭ ਦਰਵਾਜ਼ੇ ਭੰਨ।
ਬੂਹੇ ਪੂਰੇ ਬੰਦ ਕਰ ਦਿਓ। ਜਿਹੜੀ ਆਰਮੀ ਨੇ ਮੌਤ ਆਉਣੀ ਹੈ ਨਾ, ਉੱਥੇ ਅੰਦਰ ਵੜ ਜਾਂਦਾ ਆਦਮੀ, ਉਹ ਬਚ ਨਹੀਂ ਸਕਦਾ। ਪਰ ਜਿਹੜੇ ਮੌਤ ਤੋਂ ਬਚਾਉਣ ਵਾਲੇ ਨੇ ਉਹ ਵੀ ਉਸੇ ਤਰ੍ਹਾਂ ਹੀ ਅੰਦਰ ਚਲੇ ਜਾਂਦੇ ਨੇ। ਸੰਤਾਂ ਨੇ ਉਹਨੂੰ ਕਿਰਪਾ ਕੀਤੀ ਅਤੇ ਉਹਨੂੰ ਆਖਿਆ ਹੁਣ ਤੇਰਾ ਭਾਂਡਾ ਸਾਫ਼ ਹੋਇਆ ਇੰਨੇ ਚਿਰ ਬਾਅਦ, ਹੁਣ ਤੈਨੂੰ ਨਾਮ ਮਿਲੇਗਾ। ਉਹਦੇ ਕੰਨ ਵਿੱਚ ਮੰਤਰ ਦਿੱਤਾ ਅਤੇ ਉਹਨੂੰ ਆਖਿਆ ਵੀ ਇਹਨੂੰ ਨਾਲ ਇੱਕ ਤੁਕ ਪੜੀ ਸੂਈ ਰਾਗ ਦੀ, ਭਾਂਡਾ ਧੋਏ ਬੈਸ ਧੂਪ ਦੇਵੋ ਤਾਉ ਦੁੱਧ ਕਉ ਜਾਓ। ਮੇਰਾ ਖਿਆਲ ਸੰਤ ਵਰਿਆਮ ਸਿੰਘ ਨੇ ਇਹੋ ਜਿਹੀ ਤੁਕ ਪੜੀ ਸੀ। ਭਾਂਡਾ ਧੋ ਕੇ ਉਹਨੂੰ ਸਾਫ਼ ਕਰੋ, ਉਹਨੂੰ ਸੁਗੰਧੀ ਵਾਲਾ ਬਣਾਓ, ਉਹਦੇ ਵਿੱਚ ਜਿਹੜਾ ਦੁੱਧ ਹੈ ਨਾ ਉਹ ਬੜਾ ਫਾਇਦੇ ਵਾਲਾ ਹੁੰਦਾ, ਪੀਣ ਨੂੰ ਵੀ ਜੀ ਕਰੇਗਾ। ਅਤੇ ਉਹਨੂੰ ਆਖਿਆ ਤੈਨੂੰ ਬਹੁਤ ਵਧੀਆ ਚੀਜ਼ ਦਿੱਤੀ, ਹੁਣ ਇਹਨੂੰ ਛੱਡੀ ਨਾ, ਇਹਦੀ ਕਮਾਈ ਕਰ। ਫਿਰ ਉਹਨੇ ਆਪਣੇ ਜਿਹੜੇ ਵਾਲ ਨੇ ਨਾ ਸਿਰ ਦੇ, ਇਹਨਾਂ ਨੂੰ ਕਿੱਲੀ ਨਾਲ ਬੰਨ੍ਹ ਲੈਣਾ ਅਤੇ ਜਦੋਂ ਨੀਂਦ ਆਉਣੀ ਝਟਕਾ ਵੱਜਣਾ, ਫਿਰ ਉੱਠ ਕੇ ਨਾਮ ਸਿਮਰਨ ਕਰਨ ਲੱਗ ਪੈਣਾ। ਇਸ ਤਰ੍ਹਾਂ ਬਹੁਤ ਮਿਸਾਲਾਂ ਨੇ। ਸੰਤ ਮਿਰਜ਼ੇ ਵਾਲੀਏ ਜਿਹੜੇ ਸਨ ਉਹ ਖੂਹ ਦੀ ਝੱਲਣ 'ਤੇ ਬਹਿ ਕੇ ਨਾਮ ਸਿਮਰਨ ਕਰਦੇ ਹਨ, ਜਦੋਂ ਡਿੱਗ ਪੈਂਦੇ ਹਨ ਖੂਹ 'ਚ ਨਿਕਲ ਕੇ ਫਿਰ ਬਾਹਰ ਬਹਿ ਕੇ ਨਾਮ ਸਿਮਰਨ ਕਰਨ ਲੱਗ ਪੈਂਦੇ ਸਨ। ਇਹ ਕਮਾਈ ਹੈ। ਕਮਾਈ ਦੇ ਵਿੱਚ ਬਹੁਤ ਕੁਝ ਕਰਨਾ ਪੈਂਦਾ। ਸਭ ਤੋਂ ਪਹਿਲੋਂ ਇਹ ਹੈ ਕਿ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈ ਹੈ। ਹੋਰ ਰਹਿ ਕੇ ਗਿਆ ਪਿੱਛੇ, ਬੰਦੇ ਕੋਲ ਕੁਛ ਨਹੀਂ ਰਹਿ ਗਿਆ। ਜਦੋਂ ਜਨਕ ਰਾਜੇ ਨੇ ਆਖਿਆ, ਜਨਕ ਰਾਜੇ ਨੂੰ ਆਖਿਆ ਸੀ ਨਾ ਅਸ਼ਟਾਵਕਰ ਨੇ ਗਿਆਨ ਕੀਤਾ ਸੀ, ਉਹ ਫੜ ਕੇ ਘੋੜਾ ਚੜ੍ਹਨ ਲੱਗਾ ਸੀ। ਉਹਨੇ ਕਿਹਾ ਤੇਰਾ ਕੀ ਹੈ ਇਹ? ਉਤਰੇ ਜਦੋਂ ਅਤੇ ਫਿਰ ਉਹ ਬੜੇ ਸਾਧੂ ਹੋਏ ਨੇ, ਜੋ ਬਚਨ ਕਰਦੇ ਸਨ ਪੂਰਾ ਹੁੰਦਾ ਸੀ ਉਹਨਾਂ ਦੇ। ਇੱਕ ਤਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇੜੇ ਸ਼ਹਿਰ ਹੈ ਜਿੱਥੋਂ ਦੇ ਸੇਠ ਕਿਰਪਾਲ ਸਿੰਘ ਗੁਰੀ ਡਾਕਟਰਗੰਜ ਵਾਲੇ, ਉੱਥੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਦਰਸ਼ਨ ਦਿੱਤੇ ਅਤੇ ਰੁਲਦੂ ਸਿੰਘ ਦਾ ਜੀ ਕੀਤਾ ਵੀ ਮੈਂ ਜਾ ਕੇ ਅਰਜ਼ ਕਰਾਂ। ਉਹਨੇ ਅਰਜ਼ ਕਰਕੇ ਮਨਜ਼ੂਰੀ ਲਈ ਕਿ ਮੇਰੇ ਘਰ ਚਰਨ ਪਾਓ। ਜਦੋਂ ਸੱਚੇ ਪਾਤਸ਼ਾਹ ਘਰ ਚਰਨ ਪਾਏ ਅਤੇ ਉਹਨੇ ਜਿਹੜੇ ਵਸਤਰ ਸਨ ਗਲ ਦੇ ਸਾਰੇ ਦਿੱਤੇ, ਮੱਥਾ ਟੇਕੇ ਅਤੇ ਜੋੜਾ ਚਰਨਾਂ ਵਾਲਾ ਨਾ ਦਿੱਤਾ। ਮਨ 'ਚ ਇਹ ਗੱਲ ਆ ਗਈ ਵੀ ਜੋੜਾ ਜਿਹੜਾ ਇਹ ਲੱਗੇਗਾ ਸਤਿਗੁਰੂ ਰਾਮ ਸਿੰਘ ਦੇ ਚਰਨ ਕੋਮਲ ਨੇ। ਪ੍ਰਭ ਮੇਰਾ ਅੰਤਰਜਾਮੀ ਜਾਨ, ਘਟ ਘਟ ਕੇ ਪਟ ਪਟ ਕੀ ਜਾਨ, ਭਲੇ ਬੁਰੇ ਕੀ ਪੀਰ ਪਛਾਣ। ਸਤਿਗੁਰਾਂ ਆਖਿਆ ਰੁਲਦੂ ਸਿਆ ਜੋੜਾ ਲਾਇਆ ਮੈਨੂੰ ਨਹੀਂ ਲੱਗਦਾ। ਉਹ ਬੜੇ ਸਾਧੂ ਹੋਏ। ਫਿਰ ਇੱਕ ਵਾਰ ਉਹਨਾਂ ਦੇ ਪਿੰਡ 'ਚ ਬਿਮਾਰੀ ਪੈ ਗਈ। ਬਿਮਾਰੀ ਦੇ ਵਿੱਚ ਇੱਕ ਮਾਈ ਆਈ ਭੱਜੀ ਭੱਜੀ, ਹਾਂਜੀ ਮੇਰਾ ਪੁੱਤਰ ਮਰ ਚੱਲਿਆ। ਉਹ ਜਿਹਨੂੰ ਬਿਮਾਰੀ ਹੁੰਦੀ ਸੀ ਬੰਦਾ ਮਰ ਜਾਂਦਾ ਸੀ। ਆਰਾਮ ਨਾਲ ਜਾਂਦੇ ਨੇ, ਤੇਰਾ ਪੁੱਤਰ ਨਹੀਂ ਮਰਦਾ, ਮੇਰਾ ਜਵਾਈ ਕੰਗੀ ਕੰਗ ਪਿੰਡ ਹੈ ਉੱਥੇ, ਉਹ ਮਰ ਗਿਆ। ਪੁੱਤਰ ਮਰਨਾ ਵੀ ਬੜੀ ਔਖੀ ਗੱਲ, ਪਰ ਜੇ ਜਵਾਈ ਮਰ ਜਾਏ ਤਾਂ ਧੀ ਰੰਡੀ ਹੋ ਕੇ ਘਰ ਆ ਬੈਣੀ। ਪਰ ਉਹ ਇਹਨਾਂ ਗੱਲਾਂ ਤੋਂ ਬਹੁਤ ਉੱਚੀ ਹੋ ਜਾਂਦੇ ਨੇ। ਤੁਹਾਨੂੰ ਪਤਾ ਹੈ ਹਵਾਈ ਜਹਾਜ਼ ਉੱਤੇ ਉੱਡਦਾ ਜਾਂਦਾ, ਥੱਲੇ ਕੱਟਾ ਵਗਦਾ, ਕੁੱਤੇ ਲੜਦੇ ਨੇ, ਹਾਥੀ ਲੜਦੇ ਨੇ, ਕੋਈ ਉੱਥੇ ਨਹੀਂ ਪਤਾ ਲੱਗਦਾ। ਉਹ ਫਿਰ ਉਹਨਾਂ ਨੇ ਇਸ ਤਰ੍ਹਾਂ ਹੀ ਆਪਣਾ ਸਰੀਰ ਤਿਆਗਿਆ। ਆਪਣੇ ਲੜਕੇ ਨੂੰ ਨੇ ਵੀ ਸੁਖਮਨੀ ਸਾਹਿਬ ਦਾ ਪਾਠ ਸੁਣਾ। ਇਸ ਤਰ੍ਹਾਂ ਸਿੱਧੇ ਬੈਠੇ ਬੈਠੇ ਹੀ ਜਿਸ ਵੇਲੇ ਪਾਠ ਸੰਪੂਰਨ ਹੋਇਆ ਉਹਨਾਂ ਨੇ ਸਰੀਰ ਛੱਡ ਦਿੱਤਾ। ਇੱਥੇ ਬਹੁਤ ਵਿੱਦਿਆ ਪ੍ਰਾਪਤ ਕਰਦੇ ਹਾਂ ਅਸੀਂ, ਅਰੇ ਬੜੀ ਦੂਰ ਦੂਰ ਤੱਕ ਪਹੁੰਚਦੇ ਹਾਂ। ਤੁਹਾਨੂੰ ਪਤਾ ਅੱਜ ਕੱਲ੍ਹ ਲੋਕ ਚੰਦਰਮਾ ਤੋਂ ਵੀ ਉੱਤੇ ਕਈਆਂ ਤਾਰਿਆਂ 'ਤੇ ਪਹੁੰਚ ਗਏ ਨੇ। ਗੁਰੂ ਅਰਜਨ ਸਾਹਿਬ ਨੇ ਸੋਰਠ ਰਾਗ ਵਿੱਚ ਇੱਕ ਸ਼ਬਦ ਲਿਖਿਆ ਹੈ, ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕਿਨਾ। ਉਹ ਸਾਡੇ ਕੋਲ ਤਾਂ ਉਹੀ ਸਿਆਣੇ ਜਿਹੜੇ ਤਾਰਿਆਂ 'ਤੇ ਪਹੁੰਚਦੇ ਨੇ, ਜਾ ਕੇ ਉਹਨਾਂ ਨੂੰ ਪੁੱਛਿਆ ਹੋਇਆ ਅੱਗੇ ਕਿਹਦਾ ਮਿਲਣਾ ਹੁੰਦਾ। ਪਰ ਅਸੀਂ ਗਲਤ ਪਾਸੇ ਚਲੇ ਗਏ ਹਾਂ। ਭਜਨ ਬਾਣੀ ਛੁੱਟ ਗਿਆ, ਸਤਿਗੁਰੂ 'ਤੇ ਭਰੋਸਾ ਨਹੀਂ ਰੱਖਦੇ। ਅਤੇ ਉਹਨਾਂ ਵਾਸਤੇ ਜਿਹੜੇ ਮਸਾਂ ਤਾਰੇ ਤੱਕ ਪਹੁੰਚ ਸਕੇ ਨੇ, ਨਿਸ਼ਚਾ ਰੱਖਦੇ ਹਾਂ। ਉਹਦੇ 'ਤੇ ਨਿਸ਼ਚਾ ਨਹੀਂ ਰੱਖਦੇ ਜਿਹਨੇ ਜਪਜੀ ਸਾਹਿਬ ਸ਼ੁਰੂ 'ਚ ਲਿਖਿਆ, ਪਤਾਲਾ ਪਤਾਲ ਲੱਖ ਅਗਾਸਾ ਅਗਾਸ। ਐਡੀ ਵੱਡੀ ਫਿਲਾਸਫੀ ਸਾਡੇ ਕੋਲ ਹੋਵੇ, ਕਿਸੇ ਆਦਮੀ ਕੋਲ 50 ਲੱਖ ਡਾਲਰ ਪਿਆ ਹੋਵੇ ਅਤੇ ਉਹ ਕੌਡੀਆਂ ਹੱਥ 'ਚ ਫੜ ਕੇ ਇਹਦੇ ਵਪਾਰ ਕਰਦਾ ਫਿਰ ਉਹਨੂੰ ਕੀ ਲੋਕ ਸਮਝਣਗੇ। ਪਰ ਇਹ ਗੱਲ ਸਾਰੀ ਨਿਸ਼ਚੇ ਦੀ ਹੈ। ਹੁਣ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੇਲੇ ਜਾਂ ਪਹਿਲਾਂ ਵੀ ਸਤਿਗੁਰਾਂ ਦੇ ਵੇਲਿਆਂ ਤੋਂ ਦਸਵੰਧ ਕੱਢਣ ਦੀ ਪ੍ਰਥਾ ਪਈ ਕਿ ਦਸਵੰਧ ਕੱਢਿਆ ਜਾਵੇ। ਸਾਡੇ ਸਾਹਮਣੇ ਇੱਥੇ ਕਈ ਮਿਸਾਲਾਂ ਇੱਥੇ ਦੱਸਦੇ ਵੀ ਸਨ, ਜਿਹੜੇ ਕੱਢਣ ਵਾਲੇ ਨੇ ਉਹਨਾਂ ਨੂੰ ਬਹੁਤ ਫਾਇਦਾ ਪਹੁੰਚਦਾ।
बीकानेर के इलाके 'ਚ 4 भरा सके, ਇੱਕੋ ਜੀ ਜ਼ਮੀਨ, ਇੱਕੋ ਜਿਹਾ ਮੋਗਾ ਉਹਨਾਂ ਦਾ। ਇੱਕ ਦੇ ਘਰ ਸਾਧ ਸੰਗਤ ਦਾ ਆਉਣ ਜਾਣ ਬਹੁਤਾ, ਉਹ ਆਪਣਾ ਦਸਵੰਧ ਵਗੈਰਾ ਕੱਢਦਾ ਸੀ, ਦੂਜੇ ਦੇ ਉਦੋਂ ਘੱਟ, ਤੀਜੇ ਦੇ ਉਦੋਂ ਘੱਟ, ਤੇ ਉੱਥੇ ਇਸੇ ਤਰ੍ਹਾਂ ਹੀ ਉਹਨਾਂ ਦੀ ਫਸਲ ਹੁੰਦੀ ਸੀ। ਇਹ ਇੱਕ ਭੁਲੇਖਾ ਸਾਨੂੰ ਪਿਆ ਕਿ ਮੈਂ ਇਹ ਕੰਮ ਕਰਦਾ ਤੇ ਤਾਂ ਪੈਸੇ ਆਉਂਦੇ ਨੇ। ਮੇਰਾ ਜੀ ਕਰਦਾ ਮੈਨੂੰ 10 ਲੱਖ ਰੋਜ਼ ਦੀ ਕਮਾਈ ਵੀ ਕਿਉਂ ਨਹੀਂ ਹੁੰਦੀ। ਕਈ ਬੰਦੇ ਕਿੰਨੇ ਉਜਾੜ ਜਾਂਦੇ ਨੇ, ਫਿਰ ਵੀ ਉਹਨਾਂ ਕੋਲ ਰਹਿੰਦਾ। ਇਹ ਸਾਡੇ ਵੱਸ ਦੀ ਗੱਲ ਨਹੀਂ। ਜਿਸ ਤਰ੍ਹਾਂ ਤੁਹਾਨੂੰ ਮਹਿੰਦਰ ਸੁਰਾਂ ਨੇ ਦੱਸਿਆ ਸੀ ਕਿ ਜਿਹੜੇ ਕਰਮ ਕੀਤੇ ਨੇ ਉਹਦੇ ਮੁਤਾਬਕ ਸਾਰਾ ਕੁਛ ਹੁੰਦਾ। ਪਰ ਗੁਰ ਕਾ ਸ਼ਬਦ ਘੱਟ ਹੈ, ਕੋਟ ਕਰਮ ਵੀ ਸਤਿਗੁਰਾਂ ਨੇ ਲਿਖਿਆ। ਸੋ ਤੁਸੀਂ ਆਪਣੀ ਕਮਾਈ ਵਿੱਚੋਂ ਦਸਵੰਧ ਜ਼ਰੂਰ ਕੱਢਿਆ ਕਰੋ। ਜਿਹੜੇ ਤੁਹਾਡੇ ਇਲਾਕੇ ਦੇ ਬੰਦੇ ਨੇ ਉਹਨਾਂ ਨੂੰ ਦਿਆ ਕਰੋ। ਉਹਨਾਂ ਪੁਸਤਕਾਂ ਨੂੰ ਪੜ੍ਹੋ ਜਿਨ੍ਹਾਂ ਵਿੱਚ ਇਹ ਗੱਲਾਂ ਲਿਖੀਆਂ ਨੇ। ਇੱਕ ਨਾਰਾਇਣ ਹਰੀ ਉਪਦੇਸ਼ ਗ੍ਰੰਥ ਹੈ, ਕਦੇ ਪੜ੍ਹਿਆ ਕਰੋ ਉਹਨਾਂ ਨੂੰ। ਉਹਦੇ 'ਚ ਵੇਖੋ ਕਿੰਨਾ ਕੁਛ ਸਾਨੂੰ ਪ੍ਰਾਪਤ ਹੋ ਸਕਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਜਸ ਲਿਖਿਆ ਹੈ, ਸੰਤ ਤਰਨ ਸਿੰਘ ਉਹਨਾਂ ਨੇ ਜਸ ਜੀਵਨ ਦੇ ਵਿੱਚ ਬਹੁਤ ਕੁਛ ਮਿਲਦਾ ਉਹਦੇ 'ਚੋਂ। ਇੱਕ ਥਾਂ ਇੱਕ ਸਿੰਘ ਜੇਲ੍ਹ ਵਿੱਚ ਸੀ ਅਤੇ ਉਹਨੇ ਸਤਿਗੁਰਾਂ ਕੋਲ ਅਰਜ਼ ਕੀਤੀ ਦਰਸ਼ਨ ਹੋਵੇ, ਅਤੇ ਸੱਚੇ ਪਾਤਸ਼ਾਹ ਗਏ ਅਤੇ ਉਹਨਾਂ ਨੇ ਨਾ ਜੇਲ੍ਹ ਵਾਲਿਆਂ ਨੇ ਬੂਹਾ ਨਾ ਖੋਲ੍ਹਿਆ। ਉਹ ਰੋ ਪਿਆ, ਕਹਿੰਦਾ ਜੇ ਮੈਂ ਮੇਰਾ ਬੂਹਾ ਖੁੱਲ੍ਹਦਾ ਤਾਂ ਮੈਂ ਅਖੀਰਲਾ ਮੇਰਾ ਸਮਾਂ ਸੀ, ਕਾਲ ਕੋਠੜੀ 'ਚ ਬੈਠਾ ਅਤੇ ਮੈਂ ਚਰਨੀ ਲੱਗ ਜਾਂਦਾ ਇੱਕ ਵਾਰ। ਸਤਿਗੁਰਾਂ ਨੇ ਆਖਿਆ ਅਸੀਂ ਜਿੰਦਰਾ ਤੇਰਾ ਸਤਿਗੁਰੂ ਰਾਮ ਸਿੰਘ ਤੋਂ ਖੁਲਾਵਾਂਗੇ। ਥੋੜ੍ਹੇ ਦਿਨਾਂ ਵਿੱਚ ਜਦੋਂ ਤਰੀਕ ਪਈ, ਸਤਿਗੁਰਾਂ ਨੇ ਕਿਰਪਾ ਕੀਤੀ, ਉਹ ਸਾਫ਼ ਬਰੀ ਹੋ ਕੇ ਬਾਹਰ ਆ ਗਿਆ। ਇੱਕ ਸਿੰਘ, ਸ਼ਾਇਦ ਗੁਰਬਖਸ਼ ਸਿੰਘ ਉਹਦਾ ਨਾਮ, ਮੈਨੂੰ ਨਾਂ ਭੁੱਲ ਗਿਆ, ਉਹ ਪੰਗਤ 'ਚ ਬੈਠਾ ਸੀ ਨਾ, ਉਹ ਘੜੀ ਮੁੜੀ ਮੰਗੇ ਅਤੇ ਸਤਿਗੁਰਾਂ ਨੇ ਉਹਨੂੰ ਸ਼ਬਦ ਵਰਤਿਆ ਵੀ ਕਿਉਂ ਕੁੱਤੇ ਵਾਂਗ ਕਰਦਾ, ਕੁਝ ਐਸਾ ਸ਼ਬਦ ਵਰਤਿਆ ਅਤੇ ਉਹ ਆਖਣ ਲੱਗ ਪਿਆ ਮੈਂ ਕੁੱਤਾ, ਮੈਂ ਕੁੱਤਾ। ਅਤੇ ਉਹ ਸਾਧ ਸੰਗਤ ਜੀ ਉਸ ਤੋਂ ਬਾਅਦ ਚੜ੍ਹਾਈ ਕਰ ਗਿਆ। ਸਮਾਂ ਨਿਕਲ ਗਿਆ ਅਤੇ ਇੱਕ ਥਾਂ ਸੱਚੇ ਪਾਤਸ਼ਾਹ ਗਏ, ਉੱਥੇ ਕੁੱਤੀ ਸੂਈ ਸੀ ਇੱਕ। ਸਤਿਗੁਰਾਂ ਨੇ ਆਖਿਆ ਵੀ ਆਹ ਕਤੂਰਾ ਸਾਨੂੰ ਦੇ ਦਿਓ, ਇਹ ਸਾਡਾ। ਉਹਨਾਂ ਨੇ ਆਖਿਆ ਨਹੀਂ ਸਾਡਾ ਕਤੂਰਾ। ਉਹਨਾਂ ਨੇ ਪਤਾ ਨਹੀਂ ਮੁੱਲ ਦਿੱਤਾ ਕਿ ਕਿਸ ਤਰ੍ਹਾਂ ਸਤਿਗੁਰਾਂ ਨੂੰ ਉਹ ਕਤੂਰਾ ਦੇ ਦਿੱਤਾ। ਉਹ ਸਤਿਗੁਰਾਂ ਦੇ ਚਰਨਾਂ 'ਚ ਆ ਕੇ ਉਹ ਮਰ ਗਿਆ। ਫਿਰ ਸਤਿਗੁਰਾਂ ਨੇ ਹੁਕਮ ਦਿੱਤਾ ਵੀ ਇਹਨੂੰ ਮੈਂ ਕੁੱਤਾ ਆਖ ਬੈਠਾ ਸਾਂ ਅਤੇ ਇਸ ਵਾਸਤੇ ਇਹ ਸਾਰਾ ਕੁਛ ਹੋ ਗਿਆ, ਹੁਣ ਖਤਮ ਹੋ ਗਈ ਗੱਲ। ਸੋ ਇਸ ਸੰਸਾਰ 'ਤੇ ਪੜ੍ਹਾਈ ਬਹੁਤ ਕਰਦੇ ਹਾਂ ਅਸੀਂ, ਪਰ ਜਿਹੜੀ ਅਸਲ ਗੱਲ ਹੈ ਨਾ, ਆਦਮੀ ਸੋਚਦਾ ਰਹਿੰਦਾ ਕਿ ਮੈਂ ਜਿਉਣਾ ਕਿਵੇਂ ਹੈ, ਅਤੇ ਉਹ ਸਾਰੀ ਉਮਰ ਨਹੀਂ ਆਉਂਦਾ ਅਤੇ ਉਹ ਮਰ ਜਾਂਦਾ ਬੰਦਾ। ਪਰ ਜੇ ਕਦੇ ਬੰਦਾ ਸਿੱਖ ਲਿਆ ਨਾ ਮੈਂ ਮਰਨਾ ਕਿਵੇਂ ਹੈ, ਅਤੇ ਜਿਉਣਾ ਆਪੇ ਆ ਜਾਂਦਾ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਗਲ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਜਿਹੜਾ ਹੁਕਮ ਦਿੱਤਾ ਹੈ 1-1 ਘੰਟਾ ਨਾਮ ਸਿਮਰਨ ਕਰਨ ਦਾ। ਕੀ 1 ਘੰਟਾ ਹੁੰਦਾ? ਕੁਛ ਵੀ ਨਹੀਂ ਹੁੰਦਾ। 3-3 ਘੰਟੇ ਸਿਨੇਮੇ 'ਚ ਖਰਾਬ ਕਰ ਲੈਂਦੇ ਹਾਂ, ਅਤੇ ਰਾਤ ਅੱਧੀ ਰਾਤ ਤੱਕ ਗੱਲਾਂ ਮਾਰਦੇ, ਗੱਪਾਂ ਮਾਰਦੇ, ਘਰਾਂ ਦੇ ਵਿੱਚ ਬਹਿ ਕੇ ਨਿਆਣਿਆਂ ਨਾਲ ਅਸੀਂ ਗਵਾ ਦਿੰਦੇ ਹਾਂ। ਅਤੇ 1 ਘੰਟਾ ਸਾਡੇ ਕੋਲ ਇਸ ਗੱਲ ਵਾਸਤੇ ਨਹੀਂ ਕੱਢਿਆ ਜਾਂਦਾ ਜਿਹਦੇ ਨਾਲ ਸਾਡੀ ਨਿਜਾਤ ਹੋਣੀ ਹੈ। ਕਿੱਥੇ ਤੁਸੀਂ ਵੇਖੋ, ਸਤਿਗੁਰਾਂ ਨੇ ਹੁਕਮ ਦਿੱਤਾ ਹੈ ਬਾਣੀ ਵਿੱਚ, ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਕਿੰਨੀ ਰਿਆਇਤ ਹੈ ਸਾਡੇ ਲਈ, ਇਹ ਵੀ ਨਹੀਂ ਕਰਦੇ। ਸੋ ਨਾਮਧਾਰੀਓ, ਮੈਂ ਅਰਜ਼ ਕਰਾਂਗਾ ਤੁਹਾਨੂੰ ਵੀ 1 ਘੰਟਾ ਨਾਮ ਸਿਮਰਨ ਜ਼ਰੂਰ ਕਰਿਆ ਕਰੋ। ਘਰਾਂ 'ਚ ਬਹਿ ਕੇ ਈਰਖਾ, ਬਖੀਲੀ, ਨਿੰਦਿਆ ਨਾ ਕਰਿਆ ਕਰੋ, ਨਾ ਸੁਣਿਆ ਕਰੋ ਜੇ ਬਚਣਾ ਹੈ। ਅਤੇ 1-1 ਪਾਠ 1-1 ਮਹੀਨੇ ਦਾ, ਆਰ ਜਾਂ ਦਸਮ ਦਾ ਪਰਿਵਾਰ ਪ੍ਰਤੀ 1-1 ਘੰਟਾ ਨਾਮ ਸਿਮਰਨ ਹਰ ਘਰ ਪ੍ਰਤੀ। ਹਰ ਇਹਨੂੰ ਸਰੰਜਾਮ ਇਸ ਤਰ੍ਹਾਂ ਦਿਓ, ਜਿਸ ਘਰ 'ਚ ਜੇ ਬੱਚਾ ਪੈਦਾ ਹੋਵੇ ਤਾਂ ਉਹਦੇ ਮਾਤਾ ਪਿਤਾ ਉਸੇ ਦਿਨ ਤੋਂ ਕਰਨਾ ਸ਼ੁਰੂ ਕਰ ਦੇਣ। ਜਿਸ ਵੇਲੇ ਉਹ ਜਵਾਨ ਹੋਵੇ ਤੁਹਾਨੂੰ ਦੱਸਣ ਤੇਰੇ ਇੰਨੇ ਜਮ੍ਹਾਂ ਕੀਤੇ ਨਾ, ਅੱਜ ਤੋਂ ਕਾਕਾ ਤੂੰ ਕਰ ਆਪਣੇ। ਉਹਨੂੰ ਵੀ ਪਤਾ ਲੱਗੇ ਮੇਰੇ ਵਾਸਤੇ ਮੇਰੇ ਮਾਤਾ ਪਿਤਾ ਨੇ ਕੁਛ ਜਮ੍ਹਾਂ ਕੀਤਾ ਮੇਰੇ ਲਈ। ਸੋ ਮੈਂ ਇਹੋ ਹੀ ਤੁਹਾਡੇ ਕੋਲ ਅਰਜ਼ ਕਰਾਂਗਾ, ਸਾਰਿਆਂ ਉਦਮਾਂ 'ਚੋਂ ਉਦਮ ਇਹ ਚੰਗਾ ਹੈ, ਉਦਮ ਕਰ ਹਰ ਜਾਪਣਾ, ਵਡ ਭਾਗੀ ਤਨ ਖਾਟ, ਸੰਤ ਸੰਗ ਹਰ ਸਿਮਰਨਾ, ਮਲ ਜਨਮ ਜਨਮ ਦੀ ਕਾਟ। ਉਹ ਪ੍ਰਿਥੀਪਾਲ ਸਿੰਘ ਹੋਰੀ ਮੱਧ ਪ੍ਰਦੇਸ਼ 'ਚ ਬਹੁਤ ਰਹੇ ਨੇ, ਜਿਹੜੇ ਆਪਣੇ ਸਿੰਘ ਜਾਣਦੇ ਨੇ। ਸੁਖਦੇਵ ਸਿੰਘ ਸਾਡੇ ਕੋਲ ਬਾਗ 'ਚ ਹੁੰਦਾ, ਇਹਨਾਂ ਦੀ ਭੈਣ ਉਹਨਾਂ ਦੇ ਘਰ। ਅਤੇ ਮੈਂ ਉਹਨਾਂ ਨੂੰ ਯੂਪੀ 'ਚ ਕਿਤੇ ਮਿਲਿਆ ਸਾਂ, ਅਤੇ ਮੈਂ ਕਿਹਾ ਤੁਸੀਂ ਸਾਡੇ ਕੋਲ ਆ ਜਾਓ ਇੱਥੇ, ਅਤੇ ਕੀਰਤਨ ਕਰਦੇ ਹੋ ਤੁਸੀਂ। ਪਰ ਉਹ ਕਾਰਨ ਵਸ ਉਹ ਨਹੀਂ ਆ ਸਕੇ, ਗ੍ਰਸਤ 'ਚੋਂ ਨਹੀਂ ਨਿਕਲ ਸਕੇ। ਪਰ ਸੁਭਾਅ ਇੰਨਾ ਵਧੀਆ ਸੀ ਉਹਨਾਂ ਦਾ, ਕੀਰਤਨ ਕਰਨਾ ਅਤੇ ਹੱਸਦੇ ਖੇਡਦੇ ਰਹਿਣਾ। ਜੇ ਅਸੀਂ ਗੋਲਾ ਸੁੱਟਦੇ ਹਾਂ ਤਾਂ ਗੋਲਾ ਸੁੱਟਣ ਲੱਗ ਪੈਣਾ ਸਾਡੇ ਨਾਲ, ਜੇ ਵਾਲੀਬਾਲ ਖੇਡਦੇ ਸਾਡੇ ਨਾਲ ਵਾਲੀਬਾਲ ਖੇਡਣ ਲੱਗ ਪੈਣਾ ਉਹਨਾਂ ਨੇ। ਪਰ ਕੀਰਤਨ ਵਾਲਾ ਪਾਸਾ ਨਹੀਂ ਉਹਨਾਂ ਨੇ ਕਦੇ ਭੁਲਾਇਆ।
ਜਦੋਂ ਜੀ ਕਰਨਾ ਇੱਥੇ ਆ ਕੇ ਸ਼ਬਦ ਕੀਰਤਨ ਕਰਨਾ ਹੈ। ਸੋ ਉਹ ਅੱਜ ਉਹਨਾਂ ਦਾ ਭੋਗ ਪਿਆ। ਬਹੁਤ ਵਧੀਆ ਬਿਰਤੀ ਸੀ ਉਹਨਾਂ ਦੀ, ਜਿੰਨਾ ਚਿਰ ਉਹਨਾਂ ਨੇ ਕੀਰਤਨ ਕੀਤਾ, ਜਿੰਨਾ ਚਿਰ ਉਹਨਾਂ ਨੇ ਸਾਧ ਸੰਗਤ ਕੀਤੀ। ਇਹੋ ਹੀ ਚੀਜ਼ ਹੈ ਜਿਹੜੀ ਭਾਈ ਦੀਵਾਨ ਆਨੰਦ ਨੇ ਲਿਖਿਆ, ਖੁਸ਼ ਹਸਤੁਮ ਦਰ ਯਾਰ ਬਗੁਦਰਤ। ਉਹ ਤੁਹਾਨੂੰ ਸਗੁਰਾਂ ਦੇ ਉਪਦੇਸ਼ ਤੋਂ ਸੁਣਿਆ ਕਿ ਗੁਰੂ ਨਾਨਕ ਇੱਕ ਜਗ੍ਹਾ ਗਏ ਅਤੇ ਉੱਥੇ ਬੜੀਆਂ ਵਿੱਚ ਗਏ, ਤੁਸੀਂ ਲਿਖਿਆ ਵੱਧ ਤੋਂ ਵੱਧ 5 ਸਾਲ ਤੋਂ ਵੱਧ ਉਮਰ ਨਹੀਂ ਲਿਖੀ ਕਿਸੇ ਦੀ 4 ਸਾਲ, ਕਿਸੇ ਦੀ 3 ਸਾਲ। ਅਤੇ ਪਿੰਡ ਵਿੱਚ ਗਏ ਅਤੇ ਬਜ਼ੁਰਗ ਵੱਡੇ ਵੱਡੇ, ਉਹਨਾਂ ਨੂੰ ਪੁੱਛਿਆ ਤੁਸੀਂ ਐਡੇ ਵੱਡੇ ਬਜ਼ੁਰਗ ਹੋ ਅਤੇ ਤੁਹਾਡੀ ਉਮਰ ਉੱਥੇ ਇੰਨੀ ਨਹੀਂ ਲਿਖੀ ਹੈ। ਉਹਨਾਂ ਨੇ ਆਖਿਆ ਵੀ ਅਰਜ਼ ਹੈ ਮਹਾਰਾਜ ਕਿ ਅਸੀਂ ਸਾਰਾ ਸਤਸੰਗ ਲਿਖਦੇ ਰਹਿੰਦੇ ਹਾਂ ਵੀ ਕਿੰਨਾ ਕਿੰਨਾ ਸਤਸੰਗ ਕਿਸੇ ਨੇ ਕੀਤਾ ਹੈ, ਅਤੇ ਉਹ ਜਿੰਨਾ ਘੜੀਆਂ ਅਤੇ ਮਿੰਟ ਗਿਣ ਕੇ ਜਿੰਨੇ ਉਹ ਦਿਨ ਬਣਦੇ ਨੇ, ਉਹਨਾਂ ਦੇ ਮਹੀਨੇ ਅਤੇ ਸਾਲ ਬਣਦੇ ਨੇ, ਉਨੇ ਅਸੀਂ ਉਹਦੀ ਬੜੀ ਤੇ ਲਿਖ ਦਿਆਂਗੇ ਇਹਦੀ ਉਮਰ ਇੰਨੀ ਆ। ਮੈਂ ਫਿਰ ਕਰਕੇ ਹਾਜ਼ਰਾ ਹਜ਼ੂਰ ਸ੍ਰੀ ਸਤਿਗੁਰੂ ਜੀ ਦੀ ਕਿਰਪਾ ਬਖਸ਼ੇ ਸਦਕਾ ਸ੍ਰੀ ਭੈਣੀ ਸਾਹਿਬ ਦੀ ਮੋਬਾਈਲ ਐਪ ਰਾਹੀਂ ਇਹ ਕਾਰਜ ਹੋਏ ਹੋਰ ਸੌਖੇ। ਸੂਰਜ ਉੱਗਣ ਤੋਂ ਪਹਿਰ ਰਹਿੰਦੇ ਪਹਿਲੋਂ ਉੱਠਣ ਦਾ ਅਲਾਰਮ। 4000 ਤੋਂ ਵੱਧ ਆਡੀਓ ਰਿਕਾਰਡਿੰਗਸ ਜਿਸ ਵਿੱਚ ਆਪ ਸਰਵਣ ਕਰ ਸਕਦੇ ਹੋ ਆਸਾ ਦੀ ਵਾਰ, ਕੀਰਤਨ, ਦੀਵਾਨ, ਉਪਦੇਸ਼, ਕਵਿਸ਼ਰੀ, ਵਿਦਵਾਨਾਂ ਦੇ ਲੈਕਚਰ ਅਤੇ ਰਾਗਾਂ ਦੀਆਂ ਬੰਦਿਸ਼ਾਂ। ਗੁਰਬਾਣੀ ਦਾ ਪਾਠ ਕਰਨ ਲਈ ਨਾਮਧਾਰੀ ਨਿਤਨੇਮ ਦਾ ਸੰਪੂਰਨ ਗੁਟਕਾ, ਗੁਰਬਾਣੀ ਪੜ੍ਹਨੀ, ਸਿੱਖਣ ਅਤੇ ਸ਼ੁੱਧ ਉਚਾਰਨ ਦੀ ਸੰਥਿਆ ਲਈ ਮਾਸਟਰ ਦਰਸ਼ਨ ਸਿੰਘ ਜੀ ਅਤੇ ਰਾਗੀ ਸ਼ਾਮ ਸਿੰਘ ਜੀ ਦੀ ਆਵਾਜ਼ ਵਿੱਚ ਗੁਰਬਾਣੀ ਦੀਆਂ ਆਡੀਓ ਰਿਕਾਰਡਿੰਗਸ। ਨਾਮਧਾਰੀ ਟੀਵੀ ਅਤੇ ਰੇਡੀਓ ਰਾਹੀਂ ਸ੍ਰੀ ਸਤਿਗੁਰੂ ਜੀ ਦੇ ਦੌਰਿਆਂ ਦਾ ਅਤੇ ਸ੍ਰੀ ਭੈਣੀ ਸਾਹਿਬ ਦੇ ਪ੍ਰੋਗਰਾਮਾਂ ਦਾ ਸਿੱਧਾ ਪ੍ਰਸਾਰਣ। ਇਹ ਐਪ ਆਈਫੋਨ ਲਈ ਐਪ ਸਟੋਰ ਅਤੇ ਐਂਡਰਾਇਡ ਲਈ ਪਲੇ ਸਟੋਰ ਤੋਂ ਡਾਊਨਲੋਡ ਕਰੋ ਜੀ।